वाहिगुरु जी का खालसा वाहिगुरु जी की फतेह। सवैये महले तीजे के इस बाणी दे विचों ये 13वां सवैया है जो 1394 अंग ते दर्ज है। इस बाणी दी विचार भाई हरविंदर सिंह जी सुहाना आप जी नूं सरवण करवाउणगे। एक दिन का उन्हां दा समा है साडे पास। संगत वालों प्रबंधक सेवादारां वालों भाई साहब जी का धन्यवाद। अमृत संचार हर एतवार 11 बजे हुंदा है। इस महीने की संगरांद 17 तरीक नूं है। चौथे पातशाह गुरु रामदास महाराज सोढ़ी सुल्तान सतगुरु जी का प्रकाश गुरपुरब 22 तरीक नूं है। बंदी छोड़ दिवस दिवाली का पुरब 4 नवंबर नूं है। आप जी ने सेवा करके हाजरियां भर के गुरु कियां बख्शिशां प्राप्त करनियां। 16 तरीक सिख कौम के महान शहीद अते जो पहले सिख बादशाह हुए ने बाबा बंदा सिंह बहादुर, उन्हां दा जन्म दिहाड़ा है जो बाबा जी दे शहीदी अस्थान ते जो गुरुद्वारा बाबा बंदा सिंह बहादुर महरौली विच है, उत्थे शाम नूं 6 बजे तो लैके रात 10:30 बजे तक मनाया जाएगा। संगत नूं बेनती है कि आप जी ने सेवा करके हाजरियां भर के गुरु कियां बख्शिशां प्राप्त करनियां। वाहिगुरु जी का खालसा वाहिगुरु जी की फतेह। एक ओंकार सतनाम करता पुरख निरभाओ निरवैर अकाल मूरत अजूनी सैभं गुर प्रसाद। कन हर बूंद बसुर मावल कुसुम बसंत गनंत न आवै। रव सस किरण उदर सागर को गंग तरंग अंत को पावै। रुद्र ध्यान ज्ञान सतगुर कै कब जन भल उन्ह जो गावै। भले अमरदास गुण तेरे तेरी उपमा तोहि बन आवै। वाहिगुरु जी का खालसा वाहिगुरु जी की फतेह। सतगुरु पातशाह साहब जी दे पावन दरबार दियां हाजरियां भरदियां धन धन बाला प्रीतम साहिब सतगुरु गुरु हरकृष्ण पातशाह साहब जी दे पवित्र पावन चरण छुह प्राप्त स्थान गुरुद्वारा बंगला साहब विखे साहिब श्री गुरु ग्रंथ साहब जी की हजूरी विच महाराज के निज पावन स्वरूप शब्द नाल चित ला के आप सावधान ते एकाग्र चीत होए जुड़ मिल बैठे हो। पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने
ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਰਹਿਮਤ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੋਲ੍ਹਿਆ ਤੇ ਇਸ ਪਾਵਨ ਸਥਾਨ ਤੇ ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਨੇ, ਇਸ ਵਕਤ ਅਸੀਂ ਇਸ ਵਾਕਿਆ ਸਮੇਂ 'ਤੇ ਮੌਜੂਦ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ ਤੇ ਜਿਨ੍ਹਾਂ ਪਿਆਰਿਆਂ ਸੰਗਤਾਂ ਨੇ ਦੇਰ ਰਾਤਰੀ ਤੱਕ ਇੱਥੇ ਹਾਜ਼ਰ ਹੋਣਾ ਹੈ, ਉਹਨਾਂ ਸਾਰਿਆਂ ਲਈ ਉਪਦੇਸ਼ ਸਾਂਝਾ ਗੁਰੂ ਕਾ ਇੱਕ ਵਿਚਾਰ ਪ੍ਰਾਪਤ ਹੋਏ। ਦਰ ਖੁੱਲ੍ਹਣ 'ਤੇ ਸਾਨੂੰ ਸ਼੍ਰੀ ਮੁਖਵਾਕ ਦੇ ਰੂਪ 'ਚ ਉਹ ਦਾਤ ਮਿਲਦੀ ਹੈ। ਇਸੇ ਕਰਕੇ ਸਾਡੇ ਵਡੇਰਿਆਂ ਨੇ ਉਸ ਸ਼ਬਦ ਨੂੰ ਜੋ ਪ੍ਰਕਾਸ਼ ਦੇ ਵਕਤ ਪ੍ਰਾਪਤ ਹੁੰਦਾ ਹੈ, ਸ਼੍ਰੀ ਮੁਖਵਾਕ ਦਾ ਦਰਜਾ ਦਿੱਤਾ ਹੈ, ਸਭ ਤੋਂ ਉੱਤਮ ਹੈ। ਉਸ ਸ਼੍ਰੀ ਮੁਖਵਾਕ ਨੂੰ ਹੀ ਬਾਹਰ ਬੋਰਡਾਂ 'ਤੇ ਲਿਖਿਆ ਜਾਂਦਾ ਹੈ। ਬਾਕੀ ਕੀਰਤਨੀਏ ਕਿਤਨੇ ਸ਼ਬਦ ਹੋਰ ਪੜ੍ਹਦੇ ਨੇ, ਸਾਰਾ ਦਿਨ ਵਿੱਚ ਬਹੁਤ ਸਾਰੇ ਸ਼ਬਦ ਪੜ੍ਹੇ ਜਾਂਦੇ ਨੇ, ਉਹਨਾਂ ਦਾ ਜ਼ਿਕਰ ਨਹੀਂ ਹੁੰਦਾ। ਇੱਕ ਸ਼ਬਦ ਜਿਹੜਾ ਮਹਾਰਾਜ ਨੇ ਅੰਮ੍ਰਿਤ ਵੇਲੇ ਬਖਸ਼ਿਆ ਹੁੰਦਾ ਹੈ, ਉਸੇ ਦਾ ਜ਼ਿਕਰ ਹੈ, ਉਸੇ ਨੂੰ ਬਾਹਰ ਲਿਖ ਦਿੱਤਾ ਜਾਂਦਾ ਹੈ। ਉਹਦੇ ਪਿੱਛੇ ਕੋਈ ਕਾਰਨ ਹੋਏਗਾ। ਅਸੀਂ ਕਹਾਂਗੇ ਇਹ ਤੇ ਲਿਖਣ ਦੀ ਪਰੰਪਰਾ ਤੇ ਸਾਡੀ 10-20-50 ਸਾਲਾਂ ਤੋਂ ਪਈ ਹੈ, ਪਰ ਸ਼੍ਰੀ ਮੁਖਵਾਕ ਦੀ ਪਰੰਪਰਾ ਆਦਿ ਜੁਗਾਤ ਤੋਂ ਸਦੀਵੀ ਹੈ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਆਪਣੇ ਦਰ 'ਤੇ ਆਉਣ ਵਾਲਿਆਂ ਨੂੰ ਜੋ ਉਪਦੇਸ਼ ਦਿੰਦੇ ਨੇ ਉਹ ਸ਼੍ਰੀ ਮੁਖਵਾਕ ਵਿੱਚ ਹੈ। ਤੇ ਅੱਜ ਇਸ ਪਾਵਨ ਸਥਾਨ 'ਤੇ ਆਉਣ ਵਾਲੇ ਜੀਆਂ ਨੂੰ ਸਥਾਨਕ ਸੰਗਤਾਂ ਨੂੰ ਉਪਦੇਸ਼ ਮਿਲਿਆ ਨਾ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਇਹ ਉਪਦੇਸ਼ ਸਾਨੂੰ ਅੱਜ ਪ੍ਰਾਪਤ ਹੋਇਆ ਹੈ। ਕਿ ਬੇਨਤੀ ਕਰਾਂ, ਅਸੀਂ ਤੁਸੀਂ ਇਸ ਉਪਦੇਸ਼ ਨੂੰ ਪ੍ਰਾਪਤ ਕਰਨ ਲਈ ਇੱਥੇ ਬੈਠਦੇ ਹਾਂ। ਹੋ ਸਕਦਾ ਸਾਡੇ ਸਾਰਿਆਂ ਦੇ ਬੈਠਣ ਦੇ ਅੰਦਾਜ਼ ਅਲੱਗ-ਅਲੱਗ ਹੋਣ। ਬੈਠੇ ਹੋਏ ਗੁਰਸਿੱਖਾਂ ਦੇ ਮਨ ਭਾਵ ਥੋੜ੍ਹੇ ਥੋੜ੍ਹੇ ਆਪਣੇ ਮਨ ਦੀਆਂ, ਪਰਿਵਾਰ ਦੀਆਂ, ਸੰਸਾਰ ਦੀਆਂ ਮਜਬੂਰੀਆਂ ਕਰਕੇ ਥੋੜ੍ਹੇ ਥੋੜ੍ਹੇ ਅਲੱਗ-ਅਲੱਗ ਹੋਣ। ਹੋ ਸਕਦਾ ਕੋਈ ਪਰਿਵਾਰ ਦੇ ਜੋ ਪੁਰਾਣੇ ਲੋਕ ਦੁੱਧ ਪੁੱਤ ਮੰਗਦੇ ਨੇ, ਕੋਈ ਪੁਰਾਣਾ ਵਿਅਕਤੀ ਪਰਿਵਾਰ ਦੀ ਸੁੱਖ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਆਪਣਾ ਕਾਰ ਵਿਹਾਰ ਜੋਬ ਮੰਗਦਾ ਹੈ, ਕੋਈ ਦੇਹ ਰੁਗਤਾ ਮੰਗਦਾ ਹੈ, ਬਿਰਲਾ ਟਾਵਾਂ ਹੋਏਗਾ ਜੋ ਨਾਮ ਮੰਗਦਾ ਹੈ, ਸੁਰਤ ਦਾ ਚੜਾਓ ਮੰਗਦਾ ਹੈ, ਟਿਕਾਓ ਮੰਗਦਾ ਹੈ। ਮੰਗਾਂ ਸਾਡੀਆਂ ਥੋੜ੍ਹੀਆਂ ਥੋੜ੍ਹੀਆਂ ਅਲੱਗ ਹੋਣਗੀਆਂ, ਪਰ ਅਸੀਂ ਪ੍ਰਾਪਤੀ ਵਾਸਤੇ ਤੇ ਬੈਠੇ, ਸਾਨੂੰ ਪ੍ਰਾਪਤ ਇੱਕੋ ਹੀ ਚੀਜ਼ ਹੋਣੀ ਆ। ਪ੍ਰਾਪਤ ਇੱਕੋ ਹੀ ਚੀਜ਼ ਹੋਣੀ, ਦੀ ਵਰਤੋਂ ਅਸਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣੇ ਆਪਣੇ ਥਾਵਾਂ 'ਤੇ ਆਟੋਮੈਟਿਕਲੀ ਕਰ ਲੈਣੀ ਆ, ਹੋ ਜਾਣੀ ਆ। ਸ਼੍ਰੀ ਮੁਖਵਾਕ ਦੇ ਰਾਹੀਂ ਜਾਂ ਗੁਰਬਾਣੀ ਦੇ ਰਾਹੀਂ ਜੋ ਸਾਨੂੰ ਮਿਲਣਾ ਹੈ ਉਹ ਸਾਰਿਕ ਸਮਾਨ ਹੀ ਮਿਲ ਰਿਹਾ, ਕਿਉਂਕਿ ਜਦੋਂ ਵੀ ਸ਼ਬਦ ਪੜ੍ਹਿਆ ਜਾਂਦਾ ਹੈ
ਇੱਕੋ ਹੀ ਸ਼ਬਦ ਵਰਤ ਰਿਹਾ ਹੁੰਦਾ ਹੈ। ਤੇ ਵਰਤ ਰਹੇ ਸ਼ਬਦ ਦੀ ਪ੍ਰਾਪਤੀ ਸਾਰਿਆਂ ਨੂੰ ਆਪਣੇ ਆਪਣੇ ਭਾਂਡੇ ਦੇ ਮੁਤਾਬਕ, ਆਪਣੀ ਆਪਣੀ ਪਾਤਰਤਾ ਦੇ ਮੁਤਾਬਕ ਹੁੰਦੀ ਹੈ। ਆਪਣੇ ਆਪਣੀ ਪਾਤਰਤਾ ਦੇ ਮੁਤਾਬਕ ਪ੍ਰਾਪਤੀ ਕਰਕੇ ਆਪਣੀ ਆਪਣੀ ਅਵਸਥਾ ਦੇ ਮੁਤਾਬਕ ਫਿਰ ਦਾ ਵਰਤਾਰਾ ਹੋ ਜਾਂਦਾ ਹੈ। ਤੇ ਇੱਥੋਂ ਜੋ ਪ੍ਰਾਪਤ ਕਰਨਾ ਐਸਾ ਨੇ ਅੱਜ ਮਹਾਰਾਜ ਨੇ ਜੋ ਪਾਵਨ ਬਚਨਾਂ ਵਿੱਚ ਲੜੀ ਵਿੱਚ ਬਚਨ ਜੋ ਸਾਨੂੰ ਪ੍ਰਾਪਤ ਹੋਏ ਨੇ, ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਭੱਟ ਸਾਹਿਬਾਨ ਦੇ ਸਵਈਏ ਗੁਰੂ ਦੀ ਉਸਤਤ ਵਿੱਚ ਨੇ। ਇੱਕ ਬੇਨਤੀ ਕਰਾਂ, ਭੱਟ ਬਾਣੀ ਗੁਰੂ ਉਸਤਤ ਵਿੱਚ ਹੈ। ਦੋ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੇ ਜੋ ਸਿੱਧੇ ਤੌਰ ਤੇ ਗੁਰੂ ਮਹਾਰਾਜ ਜੀ ਦਾ ਨਾਂ ਲੈ ਕੇ, ਖਾਸ ਕਰਕੇ ਪਹਿਲੀਆਂ ਪੰਜ ਪਾਤਸ਼ਾਹੀਆਂ ਦਾ ਨਾਂ ਲੈ ਕੇ ਉਹਨਾਂ ਨਾਵਾਂ ਨੂੰ ਸਮਰਪਿਤ ਹੁੰਦਿਆਂ, ਸੰਬੋਧਨ ਹੁੰਦਿਆਂ ਹੋਇਆਂ ਸਿੱਧੇ ਤੌਰ ਦੀ ਉਹਨਾਂ ਦੀ ਉਸਤਤ ਕੀਤੀ ਹੈ। ਜਿਨ੍ਹਾਂ ਚੋਂ ਪਹਿਲੀ ਬਾਣੀ ਅਸੀਂ ਪੜ੍ਹੇ ਹਾਂ, ਰਾਮਕਲੀ ਕੀ ਵਾਰ ਸੱਤਾ ਤੇ ਬਲਵੰਡ ਜੀ ਕੀ, ਉਹ ਵੀ ਪਹਿਲੀਆਂ ਹੀ ਪੰਜ ਪਾਤਸ਼ਾਹੀਆਂ ਦਾ ਨਾਂ ਲੈ ਕੇ ਅਲੱਗ-ਅਲੱਗ ਪੌੜੀਆਂ ਦੇ ਵਿੱਚ ਉਹਨਾਂ ਨੇ ਉਸਤਤ ਕੀਤੀ ਹੈ। ਫਿਰ ਇਹ ਭੱਟ ਸਾਹਿਬਾਨ ਨੇ, ਜਿਨ੍ਹਾਂ ਭੱਟ ਸਾਹਿਬਾਨਾਂ ਨੇ ਵੀ ਪੰਚਮ ਪਾਤਸ਼ਾਹ ਜੀ ਤੱਕ, ਪੰਜਵੀਂ ਪਾਤਸ਼ਾਹੀ ਤੱਕ ਗੁਰੂ ਮਹਾਰਾਜ ਕੇ ਨਾਂ ਲੈ ਕੇ ਉਸਤਤ ਕੀਤੀ ਹੈ। ਉਸਤਤ ਕਰਨ ਵਾਲੇ ਵਿਅਕਤਿਤਵ ਦਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ। ਉਹਦੀ ਜਿਤਨੀ ਕੁ ਜਿਸ ਪੱਧਰ ਦੀ ਜਾਣਕਾਰੀ ਹੁੰਦੀ ਹੈ, ਉਸ ਜਾਣਕਾਰੀ ਦੇ ਵਿੱਚੋਂ ਆਪਣੇ ਅਤੀਤ ਵਿੱਚੋਂ ਸ਼੍ਰੇਸ਼ਟਤਾ ਨੂੰ ਚੁਣਦਾ ਹੈ ਤੇ ਆਪਣੇ ਵਕਤ ਦੇ ਜਿਹਦੀ ਉਸਤਤ ਕਰਿਆ ਉਹਦੇ ਨਾਲ ਜੋੜਦਾ ਹੈ ਤੇ ਉਹਨੂੰ ਕਹਿੰਦਾ ਕਿ ਮਹਾਰਾਜ ਤੁਸੀਂ ਤਾਂ ਇਹਦੇ ਵਰਗੇ ਹੋ, ਤੁਸੀਂ ਤਾਂ ਇਹਦੇ ਵਰਗੇ ਹੋ, ਤੁਸੀਂ ਤਾਂ ਇਹਦੇ ਵਰਗੇ ਹੋ। ਅੱਜ ਵੀ ਅਸੀਂ ਕਹਿੰਦੇ ਹਾਂ ਚਿਹਰਾ ਤੇ ਚੰਦ ਵਰਗਾ ਹੈ, ਚਰਨ ਤਾਂ ਕਮਲ ਵਰਗੇ ਨੇ, ਕਮਲ ਵਾਂਗ ਖਿੜਿਆ ਹੋਇਆ, ਗੁਲਾਬ ਵਾਂਗ ਖਿੜਿਆ ਹੋਇਆ। ਕਠੋਰ ਹੋਏਗਾ ਤੇ ਕਹਾਂਗੇ ਪੱਥਰ ਵਾਂਗ ਕਠੋਰ ਹੈ। ਤਸ਼ਬੀਹਾਂ ਸਦਾ ਅਸੀਂ ਆਪਣੀ ਜਾਣਕਾਰੀ ਚੋਂ ਦਿੰਦੇ ਹਾਂ। ਇੱਕ ਬੇਨਤੀ ਹੋਰ ਕਰਦੇ ਹਾਂ, ਗਿਆਨ ਅਤੇ ਜਾਣਕਾਰੀ ਵਿੱਚ ਇਹੀ ਤੇ ਬਾਰੀਕ ਜਿਹਾ ਭੇਦ ਹੈ। ਜਾਣਕਾਰੀ ਸਦਾ ਅਤੀਤ ਦੀ ਹੁੰਦੀ ਹੈ ਜੋ ਬੀਤ ਚੁੱਕਾ ਹੈ, ਤੇ ਗਿਆਨ ਵਰਤਮਾਨ ਦਾ ਵੀ ਹੋ ਸਕਦਾ ਹੈ, ਗਿਆਨ ਆਉਣ ਵਾਲੇ ਸਮੇਂ ਦਾ ਵੀ ਹੋ ਸਕਦਾ ਹੈ, ਪਰ ਉਸ ਨੂੰ ਬਿਆਨ ਨਹੀਂ ਕੀਤਾ ਜਾਂਦਾ। ਗਿਆਨ ਨੂੰ ਕਦੇ ਵੀ ਬਿਆਨ ਕਰਨਾ ਬੜਾ ਔਖਾ ਹੈ। ਇੱਕ ਬਚਨ ਸੀ ਕਦੇ ਕਦੇ ਪਾਠ ਕਰਦੇ ਪੜ੍ਹਦੇ, ਜਿਨ ਹਰ ਪਾਇਆ ਤਿਨ ਛੁਪਾਇਆ। ਕੀ ਪਾਇਆ? ਗਿਆਨ ਪਾਇਆ ਹੈ, ਪਰ ਗਿਆਨ ਪ੍ਰਗਟ ਨਹੀਂ ਕਰ ਸਕਦਾ। ਪਰ ਜੋ ਜਾਣਕਾਰੀ ਪ੍ਰਾਪਤ ਕੀਤੀ ਹੈ, ਜਾਣਕਾਰੀ ਦੱਸ ਦੇਵੇਗਾ। ਭੱਟ ਸਾਹਿਬਾਨਾਂ ਨੇ ਆਪਣੀ ਜਾਣਕਾਰੀ ਦੇ ਮੁਤਾਬਕ, ਜੋ ਉਹਨਾਂ ਦਾ ਜਾਣਕਾਰ ਸੀ, ਜੋ ਉਹਨਾਂ ਦਾ ਜਾਣਕਾਰ ਦਾ ਦਾਇਰਾ ਸੀ, ਉਹਦੇ ਵਿੱਚੋਂ ਜੋ ਜੋ ਸ਼੍ਰੇਸ਼ਟ ਨਾਮ ਚੁਣੇ ਉਹਨਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਿਆ ਤੇ ਫਿਰ ਮਹਾਰਾਜ ਨੂੰ ਕਿਹਾ, ਮਹਾਰਾਜ ਤੁਸੀਂ ਤਾਂ ਉਹਨਾਂ ਵਰਗੇ ਹੋ। ਇਹਦਾ ਭਾਵ ਇਹ ਨਹੀਂ ਕਿ ਸਾਨੂੰ ਉਹਨਾਂ ਦੀ ਪੂਜਾ ਪਾਠ ਵਾਸਤੇ ਪ੍ਰੇਰਿਤ ਕੀਤਾ ਗਿਆ। ਇੱਕ ਅੰਦਾਜ਼ ਹੁੰਦਾ ਹੈ, ਇੱਕ ਕਾਵਿਆਤਮਕ ਸ਼ੈਲੀਆਂ ਦਾ ਢੰਗ ਹੁੰਦਾ ਹੈ। ਤੀਸਰੇ ਪਾਤਸ਼ਾਹ ਸਾਹਿਬ ਜੀ ਦੀ ਉਸਤਤ ਵਿੱਚ ਭੱਟ ਸਾਹਿਬਾਨ ਵਿੱਚੋਂ ਭੱਟ ਬਲ ਜੀ ਦਾ ਇਹ ਪਾਵਨ ਸਵਈਆ ਹੈ, ਜਿਸ ਦੇ ਵਿੱਚ ਉਹਨਾਂ ਨੇ ਇੱਕ ਖਾਸ ਨੁਕਤੇ ਨੂੰ ਵਿਆਖਿਆਨ ਕੀਤਾ ਹੈ। ਜੇ ਮਤ ਗਹੀ ਜੈਦੇਵ, ਜੇ ਮਤ ਨਾਮੈ ਸਮਾਣੀ। ਜਿਹੜੀ ਮਤ ਜੈਦੇਵ ਨੇ ਪ੍ਰਾਪਤ ਕੀਤੀ, ਜੇ ਇਸ ਨੂੰ ਕਿਤੇ ਭੱਟ ਸਾਹਿਬਾਨ ਦੇ ਭਾਵਾਂ ਨੂੰ ਪਕੜ ਕੇ ਅਸੀਂ ਕਹਿ ਸਕੀਏ, ਉਹ ਬੜੇ ਅਦਬ ਦੇ ਨਾਲ ਸਿਰ ਝੁਕਾਉਂਦੇ ਹੋਏ ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਹਜ਼ੂਰ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ, ਹੇ ਧੰਨ ਗੁਰੂ ਅਮਰਦਾਸ, ਤੁਹਾਡੇ ਕੋਲ ਜੋ ਮਤ ਹੈ ਨਾ, ਤੁਸਾਂ ਜੋ ਗ੍ਰਹਿਣ ਕੀਤਾ ਹੈ ਨਾ, ਉਹ ਪਤਾ ਕਿਹੋ ਜਿਹਾ ਹੈ? ਤੇ ਅਸੀਂ ਪੁੱਛਾਂਗੇ ਮਹਾਰਾਜ ਕਿਹੋ ਜਿਹਾ? ਵੀ ਸਾਡੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਜੋ ਹੈ, ਕਿਉਂਕਿ ਜਿਹੋ ਜਿਹੀ ਮਤ ਜੈਦੇਵ ਦੇ ਕੋਲ ਸੀ। ਤੇ ਆਪਾਂ ਨੂੰ ਪਤਾ ਹੈ ਜੈਦੇਵ ਜੀ ਸਾਰਿਆਂ ਤੋਂ ਵਡੇਰੇ ਭਗਤਾਂ ਚੋਂ ਭਗਤ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਰਚਨਾਕਾਰਾਂ ਦੇ ਵਿੱਚੋਂ
ਜਿਤਨੇ ਰਚਨਾਕਾਰ ਨੇ ਉਹਨਾਂ ਸਾਰਿਆਂ ਤੋਂ ਜੈਦੇਵ ਜੀ ਵੱਡੇ ਨੇ। ਆਮ ਤੌਰ 'ਤੇ ਫਰੀਦ ਸਾਹਿਬ ਨੂੰ ਕਿਹਾ ਜਾਂਦਾ ਹੈ, ਪਰ ਸਾਖੀਕਾਰ ਇਤਿਹਾਸਕਾਰ ਮੰਨਣ ਲੱਗ ਪਏ ਨੇ ਕਿ ਫਰੀਦ ਸਾਹਿਬ ਤੋਂ ਵੀ ਕੁਝ ਵੱਡੇ, ਕੁਝ ਵਰੇ ਜ਼ਿਆਦਾ ਜੈਦੇਵ ਜੀ ਦਾ ਜੀਵਨ ਪੁਰਾਣਾ ਹੈ। ਸਭ ਤੋਂ ਪ੍ਰਾਚੀਨਤਾ ਮਨੁੱਖ ਹੈ, ਇਹ 12ਵੀਂ ਸਦੀ ਦੀ ਆਰੰਭਤਾ ਦੇ ਦਰਮਿਆਨ ਵਿੱਚ ਨੇ। ਜਿਹੜੀ ਮੱਤ ਜੈਦੇਵ ਜੀ ਨੇ ਪ੍ਰਾਪਤ ਕੀਤੀ, ਤੇ ਜੈਦੇਵ ਨੇ ਕੀ ਕੀਤਾ ਹੈ? ਜੈਦੇਵ ਤਿਆਗਿਓ ਅਹੰਮੇਵ, ਅਹੰਕਾਰ ਦਾ ਤਿਆਗ ਕੀਤਾ, ਆਪਣੀ ਵਿਦਵਤਾ ਦਾ ਤਿਆਗ ਕੀਤਾ। ਆਪਣੀ ਵਿਦਵਤਾ ਦੇ ਨਾਲ ਜੋ ਮੱਤ ਦਾ ਦਾਇਰਾ ਬਣ ਗਿਆ ਸੀ, ਤਿਆਗ ਦਿੱਤੇ। ਜੇ ਮੱਤ ਜੈਦੇਵ ਜੀ ਨੇ ਗ੍ਰਹਿਣ ਕੀਤੀ, ਜਿਹੜੀ ਮੱਤ ਨਾਮਦੇਵ ਜੀ ਦੇ ਹਿਰਦੇ ਵਿੱਚ ਸਮਾ ਗਈ, ਧੰਨ ਗੁਰੂ ਅਮਰਦਾਸ ਮਹਾਰਾਜ ਤੁਸਾਂ ਨੇ ਉਹੀ ਮੱਤ ਲੈ ਲਈ ਹੈ। ਇਹਦਾ ਮਤਲਬ ਇੱਕ ਵਿਚਾਰ ਕੋ ਪ੍ਰਾਚੀਨ ਹੈ, ਜਿਹੜਾ ਵਿਚਾਰ ਜੈਦੇਵ ਦੇ ਹਿਰਦੇ 'ਚ ਆਇਆ, ਜਿਹੜਾ ਨਾਮਦੇਵ ਜੀ ਨੂੰ ਮਿਲਿਆ। ਜੇ ਮਤ ਤ੍ਰਿਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ, ਜਿਹੜੀ ਵਿਚਾਰ, ਜਿਹੜੀ ਮਤ ਤ੍ਰਿਲੋਚਨ ਜੀ ਨੂੰ ਪ੍ਰਾਪਤ ਹੋਈ, ਜਿਹੜੀ ਮਤ ਵਿਚਾਰ ਕਬੀਰ ਜੀ ਨੇ ਜਾਣ ਲਈ। ਹੁਣ ਇਹ ਕੁਝ ਗੱਲਾਂ ਸਮਝੀਏ ਤਾਂ ਲੱਗਦਾ ਲੈ ਕੁਝ ਨਾ ਹੀ ਤੇ ਲਏ ਨੇ, ਸ਼ਾਇਦ ਇੱਕ ਹੀ ਚੀਜ਼ ਦਾ ਰਿਪੀਟੀਸ਼ਨ ਹੈ ਕਿ ਬਾਰ-ਬਾਰ ਇੱਕੋ ਨਾ ਮਤ ਤੇ ਜਿੱਤਾ ਰੱਖਣਾ। ਅਧਿਆਤਮਕ ਜੀਵਨ ਦੇ ਵਿੱਚ ਜੋ ਕੁਝ ਵੀ ਪ੍ਰਾਪਤੀ ਹੈ ਉਹ ਮਤ ਦੇ ਸਦਕੇ। ਸੰਸਾਰਕ ਜੀਵਨ ਵਿੱਚ ਜੋ ਕੁਝ ਵੀ ਪ੍ਰਾਪਤੀਆਂ ਹੁੰਦੀਆਂ ਨੇ ਉਹ ਮਤ ਦੇ ਨਾਲ ਨਾਲ ਬੁੱਧੀ ਦੇ ਸਦਕੇ ਹੁੰਦੀਆਂ ਨੇ। ਰਾਜਨੀਤਿਕ ਜੀਵਨ ਵਿੱਚ ਜੋ ਪ੍ਰਾਪਤੀਆਂ ਹੁੰਦੀਆਂ ਨੇ ਉਹ ਬੁੱਧੀ ਦੇ ਨਾਲ ਨਾਲ ਬਲ ਦੇ ਸਦਕੇ ਹੁੰਦੀਆਂ ਨੇ। ਰਾਜਨੀਤਿਕ ਜੀਵਨ ਦੇ ਵਿੱਚ ਜੇ ਬਲ ਨਾ ਹੋਵੇ ਤੁਸੀਂ ਰਾਜ ਨਹੀਂ ਕਰ ਸਕੋਗੇ, ਤੇ ਜੇ ਬਲ ਹੈ ਤੇ ਤੁਹਾਡੇ ਕੋਲ ਬੁੱਧੀ ਨਹੀਂ ਹੈ, ਤੁਸੀਂ ਫਿਰ ਵੀ ਰਾਜ ਨਹੀਂ ਕਰ ਪਾਓਗੇ। ਪਰਿਵਾਰਕ ਤੇ ਸੰਸਾਰਕ ਜੀਵਨ ਦੇ ਵਿੱਚ ਜਿਤਨੀਆਂ ਪ੍ਰਾਪਤੀਆਂ ਨੇ ਉਹ ਮੱਤ ਸਦਕੇ ਤੇ ਹੈਗੀਆਂ ਨੇ, ਪਰ ਉਹਦੇ ਨਾਲ ਨਾਲ ਬਲ ਚਾਹੀਦਾ ਹੈ, ਉਹਦੇ ਨਾਲ ਬੁੱਧੀ ਚਾਹੀਦੀ ਹੈ, ਉਹਦੇ ਨਾਲ ਨਾਲ ਮਨ ਚਾਹੀਦਾ ਹੈ। ਫਿਰ ਦੁਹਰਾ ਦਿਆਂ, ਪਰਿਵਾਰਕ, ਸਮਾਜਿਕ, ਸੰਸਾਰਕ, ਰਾਜਨੀਤਿਕ, ਜਿਹਨੂੰ ਕਈਆਂ ਨਾਵਾਂ ਨਾਲ ਜਾਣਿਆ ਜਾਂਦਾ ਹੈ, ਨਿਰੋਲ ਸੰਸਾਰਕ ਸ਼ਬਦ ਅਸੀਂ ਕਹਿ ਦਈਏ। ਸੰਸਾਰ ਦੇ ਵਿੱਚ ਕੁਝ ਪ੍ਰਾਪਤੀ ਕਰਨ ਵਾਸਤੇ ਸਾਨੂੰ ਮਤ ਦੇ ਨਾਲ ਨਾਲ ਮਨ ਚਾਹੀਦਾ ਹੁੰਦਾ ਹੈ, ਮਨ ਦੇ ਨਾਲ ਨਾਲ ਬੁੱਧੀ ਚਾਹੀਦੀ ਹੁੰਦੀ ਹੈ, ਤੇ ਬੁੱਧੀ ਦੇ ਨਾਲ ਨਾਲ ਬਲ ਚਾਹੀਦਾ ਹੁੰਦਾ ਹੈ। ਜੇ ਮਨ, ਬੁੱਧੀ ਅਤੇ ਬਲ, ਇਹ ਤਿੰਨ ਚੀਜ਼ਾਂ ਕਿਸੇ ਵਿਅਕਤੀ ਕੋ ਹੈਗੀਆਂ ਨੇ ਤੇ ਉਹ ਸੰਸਾਰ ਵਿੱਚ ਤਰੱਕੀ ਕਰ ਜਾਏਗਾ। ਪਰ ਅਧਿਆਤਮ ਦੇ ਵਿੱਚ ਤਰੱਕੀ ਕਰਨ ਵਾਸਤੇ ਮਨ ਨਹੀਂ ਚਾਹੀਦਾ। ਸਰੀਰ ਦਾ, ਰਾਜਨੀਤੀ ਦਾ, ਬਾਹਾਂ ਦਾ, ਧਨ ਦਾ ਬਲ ਨਹੀਂ ਚਾਹੀਦਾ। ਫਿਰ ਉੱਥੇ ਕੀ ਚਾਹੀਦਾ ਹੈ? ਕਹਿਣ ਲੱਗੇ ਉੱਥੇ ਮਤ ਚਾਹੀਦੀ ਹੈ। ਤੇ ਮਤ ਦੇ ਨਾਲ ਫਿਰ ਹੋਰ ਕੀ ਚਾਹੀਦਾ ਜੀ? ਚੇਤਾ ਰੱਖਣਾ, ਮਤ ਦੇ ਨਾਲ ਇੱਕ ਚੀਜ਼ ਹੋਰ ਚਾਹੀਦੀ ਹੈ ਜਿਸ ਦਾ ਜ਼ਿਕਰ ਸਭ ਤੋਂ ਵੱਧ ਗੁਰਬਾਣੀ ਵਿੱਚ ਹੈ, ਸੁਰਤ ਚਾਹੀਦੀ ਹੈ। ਅੱਜ ਤੇ ਚੂੰਕਿ ਇੱਕ ਮਤ ਦੀ ਵਿਆਖਿਆ ਭਗਤ ਜੀ ਕਾਰ ਭੱਟ ਸਾਹਿਬਾਨਕਾਰ ਨੇ ਭਗਤਾਂ ਦਾ ਨਾਂ ਲੈ ਕੇ ਸੰਕੇਤਕ ਜ਼ਿਕਰ ਕਰਦਿਆਂ, ਕਰਤਾ ਪੁਰਖ ਨੇ ਸਾਡੀ ਰਚਨਾ ਰਚੀ ਹੈ ਆ ਪੰਜ ਤੱਤਾਂ ਦੇ ਸਰੀਰ ਦੀ। ਪੰਜ ਤੱਤਾਂ ਦੇ ਸਰੀਰ ਦੀ ਰਚਨਾ ਉਹਦੇ ਵਿੱਚ ਸਾਨੂੰ ਸਥਾਪਿਤ ਕੀਤਾ ਤੇ ਕੀ ਸਾਨੂੰ ਸਥਾਪਿਤ ਕੱਲਿਆਂ ਨੂੰ ਕਰ ਦਿੱਤਾ ਹੈ? ਜਿਵੇਂ ਵੱਡੇ ਮੰਡਲ ਤੇ ਰਾਜਨੀਤਿਕ ਦੇ ਵਿੱਚ ਕਿਸੇ ਇੱਕ ਵਿਅਕਤੀ ਦਾ ਨਾਂ ਲੈ ਕੇ ਉਸ ਨੂੰ ਫਲਾਣੇ ਥਾਂ ਤੇ ਸਥਾਪਿਤ ਕੀਤਾ ਕਿ ਉਹ ਇਕੱਲਾ ਬੰਦਾ ਭੇਜ ਦਿੱਤਾ ਜਾਂਦਾ ਹੈ। ਬਾਅਦ 'ਚ ਪਤਾ ਲੱਗਦਾ ਨਹੀਂ ਉਹਦੇ ਨਾਲ ਬਹੁਤ ਸਾਰਾ ਸਟਾਫ ਹੁੰਦਾ ਹੈ, ਬਹੁਤ ਸਾਰੇ ਸਹਾਇਕ ਬੰਦੇ ਹੁੰਦੇ ਨੇ। ਹਰ ਪ੍ਰਕਾਰ ਦੀ ਉੱਥੋਂ ਦੀ ਲੋੜੀਂਦੀ ਮੁੱਢਲੀ ਸਹਾਇਤਾ ਉਸ ਨੂੰ ਦਿੱਤੀ ਜਾਂਦੀ ਤਾਂ ਕਿ ਉੱਥੇ ਟਿਕ ਸਕੇ, ਪਰ ਫਿਰ ਵੀ ਉਹਦਾ ਨਾਂ ਇਕੱਲੇ ਦਾ ਵਰਤਿਆ ਜਾਂਦਾ ਹੈ। ਫਲਾਣੇ ਨੂੰ ਰਾਜ ਦਿੱਤਾ, ਫਲਾਣੇ ਨੂੰ ਸਥਾਪਿਤ ਕਰ ਦਿੱਤਾ। ਕਰਤਾ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਜੀਵਾਤਮ ਨੂੰ ਇਸ ਸਰੀਰ ਦੇ ਵਿੱਚ ਸਥਾਪਿਤ ਕੀਤਾ ਹੈ ਤੇ ਕੀ ਇਕੱਲਿਆਂ ਨੂੰ ਸਥਾਪਿਤ ਕੀਤਾ ਹੈ? ਜੀਵਾਤਮ ਨੂੰ ਸੰਸਾਰ ਦੇ ਵਿੱਚ ਟਿਕ ਕੇ ਸੰਸਾਰ ਵਿੱਚ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਵੀ ਕੁਝ ਦਿੱਤਾ ਹੈ।
ਤੇ ਸੰਸਾਰ ਦੀ ਕਾਮਯਾਬੀ ਪ੍ਰਾਪਤ ਕਰਕੇ ਅਧਿਆਤਮ ਦੇ ਵਿੱਚ ਟਿਕਣ ਵਾਸਤੇ ਤੇ ਅਧਿਆਤਮ 'ਚ ਟਿਕ ਕੇ ਪਰਮਾਰਥ ਵਿੱਚ ਪ੍ਰਵੇਸ਼ ਕਰਨ ਵਾਸਤੇ ਵੀ ਕੋਈ ਸਾਧਨ ਦਿੱਤੇ ਨੇ। ਔਰ ਇਹਨਾਂ ਦਾ ਜ਼ਿਕਰ ਜਗ੍ਹਾ ਜਗ੍ਹਾ ਥਾਂ ਪਰ ਥਾਂ ਤੇ ਗੁਰਬਾਣੀ ਦੇ ਵਿੱਚ ਕੀਤਾ ਗਿਆ ਹੈ। ਆ ਪਾਠ ਕਰਦਿਆਂ ਆਪ ਦੀ ਜਪਜੀ ਸਾਹਿਬ ਦਾ ਪਾਠ ਤੇ ਬਹੁਤ ਕਰਦੇ ਹੋ, ਸਹਿਜ ਪਾਠ ਵੀ ਕਰਦੇ ਹੋ। ਜਪਜੀ ਸਾਹਿਬ ਦਾ ਪਾਠ ਸਹਿਜ ਪਾਠ ਕਰਦਿਆਂ ਆਪ ਨੇ ਬਹੁਤ ਵਾਰ ਪੜ੍ਹਿਆ ਹੋਣਾ, ਸਤਸੰਗਤ ਵਿੱਚ ਆ ਕੇ ਸਾਨੂੰ ਘੜਿਆ ਜਾਂਦਾ ਹੈ। ਪਾਠ ਕਰਦਿਆਂ ਕਈ ਵਾਰ ਪੜ੍ਹਿਆ ਨਾ, ਅਣ ਘੜੇ ਨੂੰ ਘੜਿਆ ਜਾਂਦਾ ਹੈ, ਅਨਕ ਬੀਂਗ ਦਾਸ ਕੇ ਪਰ ਹਰਿਆ ਕੀਤਾ ਜਾਂਦਾ ਹੈ। ਇੱਥੇ ਕੱਚੀ ਮਿੱਟੀ ਨੂੰ ਕੱਚੇ ਭਾਂਡੇ ਦੇ ਰੂਪ ਵਿੱਚ ਫਿਰ ਪੱਕਾ ਕੀਤਾ ਜਾਂਦਾ ਹੈ। ਤੇ ਜਪਜੀ ਸ਼ਬਦ 'ਚ ਉਹਦਾ ਖੁਲਾਸਾ ਸਿਧਾਂਤਿਕ ਤੌਰ 'ਤੇ ਦਾਰਸ਼ਨਿਕ ਮੰਡਲਾਂ 'ਤੇ ਕੀਤਾ ਗਿਆ ਹੈ। ਜਿੱਥੇ ਬੈਠੇ ਹੋ, ਇੱਥੇ ਕਿਉਂ ਬੈਠੇ ਹੋ? ਇੱਥੇ ਕਿਸੇ ਚੀਜ਼ ਨੂੰ ਘੜਨ ਵਾਸਤੇ, ਕਿਸੇ ਚੀਜ਼ ਨੂੰ ਬਦਲਣ ਵਾਸਤੇ ਬੈਠੇ ਆ। ਅਸੀਂ ਆਪਣੇ ਬੱਚਿਆਂ ਨੂੰ ਵਿਦਿਆਲਿਆਂ ਦੇ ਵਿੱਚ ਕਿਉਂ ਭੇਜਦੇ ਆ? ਕੁਝ ਪ੍ਰਾਪਤੀ ਕਰਨ ਲਈ, ਕੁਝ ਬਦਲਾਵ ਕਰਨ ਲਈ। ਆ ਲੋਕ ਵੱਡੇ ਵੱਡੇ ਇੰਸਟੀਟਿਊਸ਼ਨਾਂ ਦੇ ਵਿੱਚ ਕਿਉਂ ਮਹਿੰਗੀਆਂ ਫੀਸਾਂ ਦੇ ਕੇ ਬੈਠਦੇ ਨੇ? ਆ ਗਾਹੇ ਬਗਾਹੇ ਬਹੁਤ ਵੱਡੇ ਵੱਡੇ ਸੈਮੀਨਾਰ ਸੁਣਦੇ ਨੇ, ਜਿੱਥੇ ਸੀਟ ਨਹੀਂ ਮਿਲਦੀ ਲੋਕਾਂ ਨੂੰ, ਚੰਗੇ ਬਿਹਤਰੀਨ ਬੁਲਾਰੇ ਆਉਂਦੇ ਨੇ। ਅਸੀਂ ਕਹਿੰਦੇ ਇੱਥੇ ਕਿਉਂ ਜਾਂਦੇ ਲੋਕ? ਬਿਜ਼ਨਸ ਦੇ ਪੱਧਰ 'ਤੇ, ਸਮਾਜਿਕ ਪੱਧਰ 'ਤੇ ਲੋਕ ਉੱਥੇ ਕਿਉਂ ਜਾ ਕੇ ਬੈਠਦੇ ਨੇ? ਤੁਸੀਂ ਇੱਥੇ ਅਸੀਂ ਕਿਉਂ ਬੈਠੇ ਹਾਂ? ਅਸੀਂ ਕੁਝ ਬਦਲਣਾ ਚਾਹੁੰਦੇ ਹੁੰਦੇ ਹਾਂ, ਬਦਲ ਕੇ ਤਰੱਕੀ ਕਰਨਾ ਚਾਹੁੰਦੇ ਹਾਂ। ਅਤੇ ਬਦਲਣਾ ਕੀ ਚਾਹੁੰਦੇ? ਯਾਦ ਰੱਖਣਾ, ਜਿੱਥੇ ਵੀ ਸੰਸਾਰ ਦਾ ਸਿੱਖਿਆ ਦਾ ਮੰਡਲ ਹੈ, ਜਿਹਦੇ ਸਦਕੇ ਕੁਝ ਹੋਰ ਬਦਲਾਵ, ਉਹ ਮਤ ਹੈ। ਅਸੀਂ ਆਪਣੀ ਮਤ ਨੂੰ, ਆਪਣੀ ਬੁੱਧੀ ਨੂੰ ਬਦਲਣਾ ਚਾਹੁੰਦੇ ਹਾਂ। ਅਸੀਂ ਸਰੀਰ ਨਹੀਂ ਬਦਲੇ ਜਾਂਦੇ। ਯਾਦ ਰੱਖਣਾ, ਐਜੂਕੇਸ਼ਨ ਸੈਕਟਰ ਦੇ ਵਿੱਚ ਜੋ ਸਿੱਖਿਆ ਦਾ ਜਿਤਨਾ ਵੱਡਾ ਮੰਡਲ ਹੈ, ਉਹਦੇ ਵਿੱਚ ਸਰੀਰ ਨਹੀਂ ਬਦਲੇ ਜਾਂਦੇ। ਮਨੁੱਖ ਦੇ ਦਿਮਾਗ ਬਦਲੇ ਜਾਂਦੇ ਨੇ, ਮਨੁੱਖ ਦੇ ਮਨ ਬਦਲੇ ਜਾਂਦੇ ਨੇ, ਮਨੁੱਖ ਦੀ ਵਿਚਾਰ ਬਦਲੀ ਜਾਂਦੀ ਹੈ। ਇੱਥੇ ਜਿੱਥੇ ਬੈਠੇ ਇੱਥੇ ਅਸੀਂ ਕੀ ਪ੍ਰਾਪਤ ਕਰਦੇ ਹਾਂ? ਆਪਣੀ ਮਤ ਨੂੰ ਤੇ ਬਦਲਣ ਵਾਸਤੇ, ਆਪਣੇ ਵਿਚਾਰ ਨੂੰ ਬਦਲਣ ਵਾਸਤੇ, ਆਪਣੇ ਅੰਦਰ ਦੇ ਖਿਆਲਾਂ ਨੂੰ ਬਦਲਣ ਵਾਸਤੇ ਤੇ ਬੈਠੇ ਹਾਂ। ਔਰ ਜਿਨ੍ਹਾਂ ਦੇ ਖਿਆਲ ਬਦਲ ਗਏ ਉਹ ਦੂਜੇ ਪਾਸੇ ਤੁਰ ਗਏ। ਆ ਵੇਖਿਆ ਹੋਣਾ, ਬਾਬਾ ਲਹਿਣਾ ਜੀ ਪਹਿਲਾਂ ਦੇਵੀ ਉਪਾਸ਼ਕ ਸੀਗੇ ਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੰਗਾ ਦੇ ਉਪਾਸ਼ਕ ਨੇ। ਸਮਾਂ ਆਇਆ, ਕੁਛ ਬਦਲਾਵ ਆ ਗਿਆ। ਸਮਾਂ ਆਇਆ, ਦੇਖਿਆ ਅਸਾਂ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਜਿਸ ਬਾਬਾ ਲਹਿਣਾ ਜੀ ਨੂੰ ਮੱਥਾ ਟੇਕਿਆ, ਕਿ ਬਾਬਾ ਲਹਿਣਾ ਜੀ ਦਾ ਚਿਹਰਾ ਮੋਹਰਾ ਬਦਲ ਦਿੱਤਾ ਹੈ? ਤੇ ਪਤਾ ਲੱਗਾ ਨਹੀਂ, ਚਿਹਰਾ ਮੋਹਰਾ ਤੇ ਉਹੀ, ਸਰੀਰ ਤੇ ਉਹੀ ਹੈ। ਬਦਲਿਆ ਕੀ ਹੈ? ਅੰਦਰਲਾ ਬਦਲ ਗਿਆ ਸਾਰਾ, ਵਿਚਾਰ ਬਦਲ ਗਏ ਨੇ, ਮਤ ਬਦਲ ਗਈ ਹੈ, ਮਨ ਬਦਲ ਗਿਆ, ਬੁੱਧ ਬਦਲ ਗਈ। ਅਮਰਦਾਸ ਬਾਬਾ ਜੀ ਨੇ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਸੇਵਾਵਾਂ ਕੀਤੀਆਂ। ਬਦਲਾਵ ਕੀ ਲਿਓ ਨੇ? ਬਦਲਾਵ ਲਿਆ ਹੈ ਮਨ ਦਾ, ਬਦਲਾਵ ਲਿਆ ਹੈ ਮਤ ਦਾ, ਬਦਲਾਵ ਲਿਆ ਹੈ ਬੁੱਧੀ ਦਾ। ਬਦਲ ਦਿੱਤਾ ਹੈ ਤਿੰਨਾਂ ਚੀਜ਼ਾਂ ਨੂੰ, ਔਰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਔਰ ਇਸੇ ਕਰਕੇ ਗੁਰਬਾਣੀ ਵਿੱਚ ਇਹਨਾਂ ਦੋ ਚੀਜ਼ਾਂ ਦਾ, ਮਨ ਅਤੇ ਮਤ ਦਾ ਜ਼ਿਕਰ ਗੁਰਬਾਣੀ 'ਚ ਬਾਰ-ਬਾਰ ਕੀਤਾ ਗਿਆ। ਆ ਹੁਣੇ ਭਾਈ ਸਾਹਿਬ ਜੀ ਨੇ ਸ਼ਬਦ ਦੀ ਆਰੰਭਤਾ ਕਰਦਿਆਂ ਮੰਗਲ ਦੇ ਵਿੱਚ ਤੁਕ ਪੜ੍ਹੀ ਸੀ, ਸਤਿਗੁਰ ਕੀ ਜਿਸ ਨੂੰ ਮਤ ਆਵੇ। ਸਤਿਗੁਰੂ ਤੋਂ ਮਿਲਦਾ ਕੀ ਹੈ? ਅਸੀਂ ਤੇ ਕਹਾਂਗੇ ਪ੍ਰਸ਼ਾਦ ਮਿਲਦਾ। ਅੱਜ ਸਾਨੂੰ ਕੋਈ ਪੁੱਛੇ, ਸਧਾਰਨ ਮਨੁੱਖ ਨੂੰ ਕੋਈ ਪੁੱਛੇ ਵੀ ਗੁਰਦੁਆਰੇ ਗਏ, ਗੁਰੂ ਤੋਂ ਕੀ ਮਿਲਿਆ? ਕਹੇਗਾ ਜੀ ਪ੍ਰਸ਼ਾਦ ਮਿਲ ਗਿਆ। ਥੋੜ੍ਹਾ ਜਿਹਾ ਹੋਰ ਪੱਧਰ ਦਾ ਕਹੇਗਾ ਜੀ ਸਰੂਪਾ ਮਿਲ ਗਿਆ। ਪ੍ਰਸ਼ਾਦ ਮਿਲ ਗਿਆ, ਸਰੂਪਾ ਮਿਲ ਗਿਆ, ਹੋਰ ਕੀ ਮਿਲਿਆ? ਹੋਰ ਤੇ ਜਵਾਬ ਵੀ ਕਿਸੇ ਕੋ ਕੁਝ ਨਹੀਂ ਨਾ। ਯਾਦ ਰੱਖਣਾ, ਸਤਿਗੁਰੂ ਤੋਂ ਮੱਤ ਮਿਲਦੀ ਹੈ। ਸਤਿਗੁਰੂ ਦੀ ਮੱਤ, ਆਪਣੀ ਮੱਤ ਇੱਥੇ ਛੱਡਣੀ ਪੈਂਦੀ, ਤਾਂ ਜਾ ਕੇ ਕਿਤੇ ਸਤਿਗੁਰੂ ਦੀ ਮੱਤ ਮਿਲਦੀ ਹੈ। ਤੇ ਜਦੋਂ ਸਤਿਗੁਰੂ ਦੀ ਮੱਤ ਮਿਲ ਜਾਂਦੀ ਹੈ ਤੇ ਸਤਿਗੁਰੂ ਦੀ ਮੱਤ ਦੇ ਸਦਕੇ ਸਤਿਗੁਰੂ ਦੇ ਵਿੱਚ ਸਮਾਈ ਹੋ ਜਾਂਦੀ ਹੈ। ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ
सतगुर माहे समाना। और इसे मत का जिक्र अज भट्ट साहिबान ने किया। जे मत गही जयदेव, मत जयदेव ने प्राप्त की है, मत नामदेव जी ने प्राप्त की है, मत त्रोचन ने प्राप्त की है, मत कबीर जी ने प्राप्त की है। मत ही तो बदली इन्होंने, शरीर तो नहीं बदल। बेनती करते हाँ करता पुरख ने साड़ी रचना की, वो जिक्र आप कर रहे साड़ी रचना दे विच करता पुरख ने 5 चीज़ां जो 5 तत्त मंडल ने साडे अंदर पाए ने, जो साडे सूक्ष्म दे नाल संबंध रखते हैं। आप जिहड़े सथूल शरीर की व्याख्यावां असीं डॉक्टरां दे कोल बैठ के हकीमां दे नाल साझां पा के करते रहने आ भी तेरे शरीर का आ अंग वध गया, तेरे शरीर च आ तत्त विचार वध गई, ਇਹਦੇ ਨਾਲ आ बीमारी हो सकती, आ घट सकता तो वध सकता है। सानू इन्ना को पता है, पर चेता रखना ਇੱਥੇ बैठे तिथै घड़िया सुरत मत मन बुद्ध, तिथै घड़िया सुरां सिद्धां की सुध। ये 5 चीज़ां साडे जीवात्म दे आले दुआले ने। 5 चीज़ां 5 शस्त्र कहे जाते हैं, 5 विचार कहे जाते हैं, 5 नुकते कहे जाते हैं, 5 ये ऐसे पक्ष कहे जाते हैं जिहड़े करता पुरख वाहिगुरू जी ने एक जीवात्म नूं दिते ने। इन्हां पंचां दे सदके ही इस जीवात्म ने संसार दे नाल संबंध स्थापित करना है। जे ये 5 ना वरते जाते होण ते शरीर एक मिट्टी की ढेरी तो वध के कुछ भी तो नहीं है। अज जिन्हों आपां मुर्दा कहने हुण उहदे च ये चीज़ां नहीं हुंदियां, बाकी हथ पैर अख मूँह नक ते सब कुछ उत्थे ही हुंदा है। आर्टिफिशियल तरीके दे नाल मनुख नूं साह दिते जा सकते ने, पर मनुख नूं मत नहीं दिती जा सकती। हिकमतां ते दवाइयां ते सर्जरियां दे सदके मनुख दे अंग बदले जा सकते ने, पर मनुख की बुद्ध नहीं बदली जा सकती। पर इत्थे बैठ के मनुख की बुद्धि नूं बदलिया जा सकता है, इत्थे बैठ के मनुख की मत नूं बदलिया जा सकता है। और दार्शनिक मंडल दस्सिया जाता है कि बेही बदलाव जिस मनुख की मत विच ते जिस मनुख की बुद्धि विच ये बदलाव आ जाते हैं, वही मनुख तरक्की करके परमार्थ मंडलों के प्रवेश कर जाता है। जिन्ना चिर कोई मनुख अपनी प्राप्त की पूर्वर ग्रह की मत जो जन्म के समय मिली होंगी है उसका त्याग नहीं कर सकता, जिन्ना चिर वो पुरानी मत वो पल्ले रही है उन्ना चिर वो अगे तरक्की करके परमार्थ प्रवेश नहीं कर सकता। क्योंकि उन्ना चिर इस मत का जो संबंध है वो शरीरक इंद्रियां के सदके संसार नाल जुड़िया रहिंदा है। बड़ा प्यारा बचन अपने पाठ करदे करदे पढ़िया होना। राग सोरठ भगत रविदास साहब कहते हैं मनुख दियां साडियां तुहाडियां इंद्री सबल, सारे इंद्रिय बलवान ने, इंद्री सबल निबल विवेक बुद्ध। साडा सारियां दा इंद्रिय बल सबल हो चुका है। आ कन मूँह हथ पैर इन्हां दा बड़ा रस है, सानू कन्नां दा रस है, देखण दा रस है, खाण दा रस है, ये इंद्रियां दा रस साडे ते हावी है। ते नतीजन विवेक बुद्धि मरी हुई, विवेक बुद्धि कमज़ोर है। पर सियाणे मनदे ने इंद्रिय बुद्धि ते विवेक बुद्धि दे विच इक टकराव रहिंदा है। अज भी विवेक बुद्ध कहंदी ना भाई आ वस्तु ना खा, तेरे वास्ते नुकसानदायक है, तो जुबान की कहंदे नहीं थोड़ा स्वाद लगता है, थोड़ा जा खा लेने। किते जान ले विवेक बुद्धि कहंदी ना नहीं जाना, कदम कहते नहीं टहल किया बस जाके आउने देख आउने। इंद्री सबल ने साडियां बलवान हुईयां ने, ते निबल विवेक बुद्ध विवेक बुद्धि कमज़ोर हो गई है। नतीजा की है परमार्थ प्रवेश नहीं। नतीजन असी एक बाउंड्री लाइन ते बार्डर ते खड़े हुए हैं, अगे प्रवेश ही नहीं कर पा रहे। जिथे असी खड़े हुए हैं असी अगे जाना चाहते हैं। असी अरदास करते होने कदे कदे, आपने भी की होनी, कई बार की होनी, खास करके जदों साडे चों कोई जी चलाना कर जाता है, चलाने दियां अंतम अरदासां नूं किते स्टडी के रूप च वेखना, उदों ठीक है भावनात्मक मंडल सिरजिया होंदा है, इमोशन होया होंदा है, सारा मनुख महांडल गमगीन ते वैरागमई होंदा है। पर उहदे विच जो अरदास कर रहा होंदा है वो वैरागमई नहीं होंदी, वो ज्ञानमई होंदी है, वो जाणकारी नाल भरपूर होंदी है।
ਅਰਦਾਸ ਵਿੱਚ ਅਰਦਾਸੀਆ ਕਹਿ ਰਿਹਾ ਹੁੰਦਾ, ਹੇ ਸੱਚੇ ਪਾਤਸ਼ਾਹ, ਪਰਟੀਕੂਲਰ ਉਸ ਵਿਅਕਤੀ ਦਾ ਨਾਂ ਲੈ ਰਿਹਾ ਹੁੰਦਾ ਹੈ ਕਿ ਇਸ ਵਿਅਕਤੀ ਨੂੰ ਆਵਾਗਮਨ ਦੇ ਗੇੜ ਤੋਂ ਮੁਕਤ ਕਰ ਦੇਣਾ। ਤਕਰੀਬਨ ਇਹੀ ਹੈ, ਆਪਾਂ ਲਫ਼ਜ਼ ਥੋੜ੍ਹੇ ਬਹੁਤੇ ਵੱਧ ਘੱਟ ਹੋਣਗੇ, ਵੀ ਸਮੇਂ ਦੇ ਮੁਤਾਬਕ ਜਾਂ ਦੇਸ਼ ਕਾਲ ਦੇ ਮੁਤਾਬਕ ਕੋਈ ਲਫ਼ਜ਼ ਸ਼ਬਦ ਬਦਲ ਲੈਂਦਾ ਹੋਏਗਾ, ਪਰ ਮਕਸਦ ਇਹੀ ਹੁੰਦਾ ਨਾ ਕਿ ਆਵਾਗਮਨ ਦੇ ਚੱਕਰ ਤੋਂ ਮੁਕਤ ਕਰ ਦੇਣਾ। ਤੇ ਆਵਾਗਮਨ ਦੇ ਚੱਕਰ ਤੋਂ ਮੁਕਤ ਹੋਏਗਾ ਤਦ ਤੁਹਾਡੇ ਚਰਨਾਂ 'ਚ ਟਿਕੇਗਾ। ਤੇ ਸਾਡੀ ਅਰਦਾਸ ਹੁੰਦੀ ਹੈ ਇਸ ਜੀ ਨੂੰ ਆਵਾਗਮਨ ਦੇ ਗੇੜ ਤੋਂ ਮੁਕਤ ਕਰਕੇ ਆਪਣੇ ਚਰਨਾਂ 'ਚ ਥਾਂ ਦੇਣਾ। ਤੇ ਸਮਝ ਆਉਂਦੀ ਹੈ, ਜੇ ਆਵਾਗਮਨ ਦਾ ਚੱਕਰ ਰਿਹਾ ਤੇ ਗੁਰੂ ਚਰਨਾਂ 'ਚ ਥਾਂ ਨਹੀਂ ਮਿਲੇਗਾ, ਤੇ ਜਿਸ ਨੂੰ ਗੁਰੂ ਚਰਨਾਂ 'ਚ ਥਾਂ ਮਿਲ ਗਿਆ ਉਹਦਾ ਆਵਾਗਮਨ ਦਾ ਚੱਕਰ ਨਹੀਂ ਰਹੇਗਾ, ਕਿਉਂਕਿ ਦੋਨਾਂ ਵਿੱਚੋਂ ਇੱਕ ਰਹੇਗਾ। ਜਾਂ ਤੇ ਆਏਗਾ ਤੇ ਜਾਏਗਾ, ਆਏਗਾ ਤੇ ਜਾਏਗਾ, ਆਏਗਾ ਤੇ ਜਾਏਗਾ, ਤੇ ਜਾਂ ਫਿਰ ਤੇ ਟਿਕ ਜਾਏਗਾ। ਅਸੀਂ ਟਿਕਣਾ ਮੰਗਦੇ ਹਾਂ। ਯਾਦ ਰੱਖਣਾ, ਆਵਾਗਮਨ ਕਿਹਨਾਂ ਦੇ ਉੱਤੇ ਰਹਿੰਦਾ ਹੈ? ਜਿਨ੍ਹਾਂ ਦਾ ਮਨ ਤੇ ਮਨ ਦੀਆਂ ਮੱਚੀਆਂ ਹੋਈਆਂ ਵਾਸ਼ਨਾਵਾਂ, ਜਿਹਨੂੰ ਬਾਬਾ ਫਰੀਦ ਮਨ ਮਚਿੰਦੜੀਆਂ ਕਹਿੰਦੇ ਨੇ। ਜਿੰਨਾ ਚਿਰ ਇਹ ਮਨ ਦੀਆਂ ਮੱਚੀਆਂ ਹੋਈਆਂ ਮਚਿੰਦੜੀਆਂ ਵਾਸ਼ਨਾਵਾਂ ਨੇ, ਮਨ ਦੀਆਂ ਖੁਆਇਸ਼ਾਂ ਨੇ, ਮਨ ਦੀਆਂ ਇੱਛਾਵਾਂ ਨੇ, ਤੇ ਮਨ ਦੀਆਂ ਖੁਆਇਸ਼ਾਂ ਵਾਸ਼ਨਾਵਾਂ ਦੇ ਸਦਕੇ ਵਿੱਚ ਰਹਿੰਦਿਆਂ ਦਮ ਨਿਕਲ ਗਿਆ, ਸਮਾਂ ਪੁੱਗ ਗਿਆ, ਕਦੇ ਵੀ ਉਸ ਨੂੰ ਗੁਰੂ ਚਰਨਾਂ 'ਚ ਨਿਵਾਸ ਨਹੀਂ ਮਿਲੇਗਾ, ਕਿਉਂਕਿ ਮਨ ਦੀਆਂ ਵਾਸ਼ਨਾਵਾਂ ਉਸ ਨੂੰ ਫਿਰ ਸੰਸਾਰ ਵੱਲ ਖਿੱਚ ਕੇ ਲੈ ਜਾਣਗੀਆਂ। ਵਾਸ਼ਨਾਵਾਂ ਇੰਨੀਆਂ ਪ੍ਰਬਲ ਹੁੰਦੀਆਂ ਨੇ ਕਿ ਫਿਰ ਜਨਮ ਦੇਣਗੀਆਂ, ਤੇ ਉਸ ਵਾਸ਼ਨਾ ਨੂੰ ਪੂਰਾ ਕਰਨ ਦਾ ਸਮਾਂ ਮਿਲੇਗਾ। ਔਰ ਮੈਂ ਨਹੀਂ ਕਹਿੰਦਾ, ਮਹਾਰਾਜ ਦੀ ਪਾਵਨ ਬਾਣੀ ਦੇ ਨਾਲ ਨਾਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਬਚਨ ਪੜ੍ਹਦੇ ਹਾਂ, ਵਾਸ਼ਨਾ ਬੱਧਾ ਆਵੈ ਜਾਵੈ। ਇਸੇ ਕਰਕੇ ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਜਿਹਾ ਬਚਨ ਸਰਲਤਾ ਨਾਲ ਅਸੀਂ ਪੜ੍ਹ ਲਈ ਨਹੀਂ ਹੁੰਦੇ ਆ, ਆਜ ਮਿਲਾਵਾ ਸ਼ੇਖ ਫਰੀਦ ਮਨੋ ਮਚਿੰਦੜੀਆਂ ਕੀ ਕਰ ਟਾਕਮ ਕੂੰਜੜੀਆਂ ਮਨੋ ਮਚਿੰਦੜੀਆਂ। ਤੇਰਾ ਅੱਜ ਹੀ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਕੀ ਕਰਨਾ ਪਏਗਾ ਬਾਬਾ? ਕਹਿੰਦੇ ਕਿ ਬਸ ਰੋਕ ਲੈ। ਕਿਹਨੂੰ ਰੋਕਾਂ? ਟਾਕਮ। ਟਾਕਮ ਸ਼ਬਦ ਪੁਰਾਣਾ ਹੈ, ਠਾਕ ਲੈ, ਰੋਕ ਲੈ। ਟਾਕਮ ਕੂੰਜੜੀਆਂ, ਕੂੰਜੜੀਆਂ ਕਹਿੰਦੇ ਨੇ ਇੰਦਰੀਆਂ ਨੂੰ, ਇੰਦਰੀਆਂ ਦੇ ਨਾਲ ਸੰਬੰਧ ਜੋ ਸੰਸਾਰ ਜੁੜਿਆ ਹੋਇਆ, ਇਹਨੂੰ ਰੋਕ ਲੈ। ਮਨ ਦੀਆਂ ਇੱਛਾਵਾਂ ਨੂੰ, ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਲੈ, ਪਰਮਾਤਮਾ ਮਿਲ ਜਾਏਗਾ। ਤੇ ਯਾਦ ਰੱਖਣ, ਮਨ ਦੀਆਂ ਵਾਸ਼ਨਾਵਾਂ, ਇਹ ਇੰਦਰੀਆਂ ਦੀਆਂ ਵਾਸ਼ਨਾਵਾਂ ਕਿਹਨਾਂ ਦੇ ਸਦਕੇ ਸੰਸਾਰ ਨਾਲ ਜੁੜਦੀਆਂ ਨੇ? ਤੇ ਪਤਾ ਲੱਗਦਾ ਮਤ ਤੇ ਬੁੱਧ ਕਰਕੇ। ਜਿਤਨੀ ਕਿਸੇ ਵਿਅਕਤੀ ਦੀ ਮਤ ਤਿਕਸ਼ਣ ਹੁੰਦੀ ਹੈ, ਤਿੱਖੀ ਹੁੰਦੀ ਹੈ, ਬਾਰੀਕ ਹੁੰਦੀ ਹੈ, ਉਤਨਾ ਹੀ ਉਹ ਸੰਸਾਰ ਦੇ ਵਿੱਚ ਆਪਣੀਆਂ ਵਾਸ਼ਨਾਵਾਂ ਨੂੰ, ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਸਤੇ ਨਵੇਂ ਤੋਂ ਨਵੇਂ ਤਰੀਕੇ ਅਪਣਾਉਂਦਾ ਰਹਿੰਦਾ। ਤੇ ਜਿਸ ਮਨੁੱਖ ਦੀ ਮਤ ਨਿਰਮਲ ਹੋ ਜਾਂਦੀ ਹੈ, ਫਿਰ ਉਹ ਨਵੇਂ ਤੋਂ ਨਵੇਂ ਇਸ ਪਾਸੇ ਤਰੀਕੇ ਲੱਭ ਲੈਂਦਾ ਹੈ। ਇਸੇ ਕਰਕੇ ਭਗਤੀ ਖੇਤਰ ਦੇ ਵਿੱਚ ਗੱਲ ਬਾਰ-ਬਾਰ ਕਹੀ ਜਾਂਦੀ ਹੈ। ਅਸੀਂ ਅਰਦਾਸ ਕਰਦੇ ਵੀ ਕਹਿੰਦੇ ਹਾਂ ਕਿ ਸਿੱਖ ਸੰਗਤ ਵਿੱਚ ਆ ਕੇ ਅਗਰ ਬਦਲੀ ਜਾਣੀ ਹੈ ਤੇ ਸਾਡੀ ਮਤ ਬਦਲੀ ਜਾਣੀ ਹੈ, ਸਾਡਾ ਚਿਹਰਾ ਨਹੀਂ ਬਦਲਿਆ ਜਾਣਾ। ਚਿਹਰਾ ਤੇ ਸਾਡਾ ਉਹੀ ਰਹਿਣਾ ਹੈ ਨਾ ਜੋ ਸਾਨੂੰ ਜਨਮ ਦੇ ਸਮੇਂ ਮਿਲਿਆ। ਬਦਲਿਆ ਜਾਣਾ ਤੇ ਮਤ ਬਦਲੀ ਜਾਣੀ ਹੈ। ਚਿਹਰਾ ਤੇ ਸਾਡਾ ਨਹੀਂ ਬਦਲਿਆ। ਬਾਬਾ ਲਹਿਣਾ ਦਾ ਚਿਹਰਾ ਨਹੀਂ ਬਦਲਿਆ ਗਿਆ। ਅਮਰਦਾਸ ਬਾਬਾ ਜੀ ਦਾ ਚਿਹਰਾ ਤੇ ਨਹੀਂ ਬਦਲਿਆ ਗਿਆ ਉਹਨਾਂ ਨਾਲ, ਪਰ ਮਤ ਬਦਲ ਗਈ ਹੈ, ਬੁੱਧ ਬਦਲ ਗਈ ਹੈ। ਸਾਨੂੰ ਦੱਸਿਆ ਗਿਆ ਹੈ। ਅਸੀਂ ਪਾਠ ਕਰਦੇ ਪੜ੍ਹਿਆ, ਆਪਨੇ ਵੀ ਕਈ ਵਾਰ ਪੜ੍ਹਿਆ ਹੋਣਾ, ਗੁਰ ਕੀ ਮਤ ਤੂੰ ਲੈ ਆਨੇ। ਗੁਰੂ ਕੀ ਮਤ ਪ੍ਰਾਪਤ ਕਰ, ਤੇ ਗੁਰੂ ਕੀ ਮਤ ਪ੍ਰਾਪਤ ਕਰਕੇ ਜਪ ਕਰ, ਫਿਰ ਭਗਤੀ ਕਰ। ਇੱਕ ਥਾਂ ਵੀ ਕਿਹਾ, ਮਨ ਕੀ ਮਤ ਤਿਆਗੋ ਹਰ ਜਨ। ਕਹਿੰਦੇ ਨਾ, ਅਸੀਂ ਪਾਠ ਕਰਦੇ ਪਏ, ਮਨ ਦੀ ਮਤ ਕਰ ਛੱਡ ਦਿਓ। ਮਨਮਤ ਅਤੇ ਗੁਰਮਤ ਦਾ ਝਗੜਾ ਤੇ ਆਮ ਸੁਣਦੇ ਹੀ ਆ, ਬਹੁਤ ਵੱਡੇ ਪੱਧਰ ਤੇ ਬਹਿਸ ਹੁੰਦੀ ਹੈ। ਆਹ ਮਨਮਤ ਹੈ, ਆਹ ਗੁਰਮਤ ਹੈ। ਠੀਕ ਹੈ, ਉੱਥੇ ਅਸੀਂ ਆਪਣੇ ਵਿਚਾਰ ਸੰਸਾਰ ਦੇ ਰੱਖੇ ਹੁੰਦੇ ਨੇ। ਬਹੁਤ ਸਾਰੇ ਕਰਮ ਕਰਤੱਵ ਨੂੰ ਅਸੀਂ ਮਨਮਤ ਕਹਿ ਰਹੇ ਹਾਂ, ਬਹੁਤ ਸਾਰੇ ਕਰਮ ਕਰਤੱਵ ਨੂੰ ਅਸੀਂ ਗੁਰਮਤ ਕਹਿ ਰਹੇ ਹਾਂ। ਇੱਕ ਸਮਾਜਿਕ ਪਰਿਪੇਖ ਹੈ, ਇੱਕ ਸਮਾਜਿਕ ਪੱਧਰ ਤੇ ਵਿਆਖਿਆਵਾਂ ਨੇ। ਇੱਥੇ ਉਹਨਾਂ ਦਾ ਝਗੜਾ ਨਹੀਂ ਹੈ ਵੀ ਕੀ ਮਤ ਗੁਰਮਤ ਵਿੱਚ ਹੈ। ਗੱਲ ਇਹ ਹੈ ਕਿ ਪ੍ਰਾਪਤ ਕੀ ਕੀਤਾ ਹੈ, ਬਦਲਾਵ ਕੀ ਕੀਤਾ ਹੈ। ਜਦੋਂ ਗੁਰੂ ਕੀ ਮਤ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਉਹਨਾਂ ਦਾ ਜੀਵਨ ਬਦਲ ਜਾਂਦਾ ਹੈ। ਜਿੰਨਾ ਚਿਰ ਗੁਰੂ ਕੀ ਮਤ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਜੀਵਨ ਨਹੀਂ ਬਦਲਦਾ।
ਉਹਨਾਂ ਚਿਰ ਸਰੀਰ ਬਦਲਦਾ ਰਹਿੰਦਾ ਹੈ। ਆ ਸਰੀਰ ਬਚਪਨ ਸੀ, ਬਦਲਦਾ 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 ਬੁੱਢਾ ਹੋ ਗਿਆ। ਜੋ ਕਦੇ ਸਰੀਰ ਮਣਾ ਮੂੰਹੀ ਵਜਨ ਉਠਾ ਲੈਂਦਾ ਸੀ, ਉਸ ਸਰੀਰ ਤੋਂ ਮੁੜ ਕੇ ਆਪਣਾ ਵਜਨ ਵੀ ਨਹੀਂ ਉਠਾਇਆ ਜਾਂਦਾ। ਮੱਤ ਨਹੀਂ ਬਦਲਦੀ। ਆਲੇ ਦੁਆਲੇ ਦੇ ਸਮਾਜ ਦੇ ਲੋਕਾਂ ਨੂੰ ਕਿਤੇ ਗਹਿਰਾਈ ਨਾ ਦੇਖਣਾ। ਲੋਕਾਂ ਦੇ ਸਰੀਰ ਬਦਲ ਕੇ ਦੌੜਦੇ ਨੱਠ ਤੇ ਹਵਾ ਤੋਂ ਤੇਜ਼ ਦੌੜਨ ਵਾਲੇ ਬੰਦੇ ਮੰਜਿਆਂ ਤੇ ਪਏ ਹੁੰਦੇ ਨੇ, ਪਰ ਮੱਤ ਉੱਥੇ ਜੋ ਅੱਜ ਤੋਂ 50 ਸਾਲ ਪਹਿਲਾਂ ਹੰਕਾਰ ਨਾਲ ਭਰੀ ਸੀ, ਹੰਕਾਰ ਨਾਲ ਭਰੇ ਹੋਏ ਬੋਲ 50 ਸਾਲ ਪਹਿਲਾਂ ਸੀ, ਅੱਜ ਵੀ ਉੱਥੇ ਹੰਕਾਰ ਨਾਲ ਭਰੇ ਹੋਏ ਬੋਲ ਨੇ। ਅੱਜ ਵੀ ਮੱਤ ਵਿੱਚ ਉਹੀ ਦੋਸ਼ ਨੇ। ਮੱਤ ਨਹੀਂ ਬਦਲੀ, ਲੋਕਾਂ ਦੇ ਸਰੀਰ ਬਦਲ ਗਏ। ਪਰ ਅਸਾਂ ਨੇ ਇੱਥੇ ਬੈਠ ਕੇ ਸਰੀਰ ਦੇ ਬਦਲਾਵ ਦੀ ਗੱਲ ਨਹੀਂ ਕਰਨੀ, ਅਸਾਂ ਇੱਥੇ ਮੱਤ ਦੇ ਬਦਲਾਵ ਦੀ ਗੱਲ ਕਰਨੀ। ਅਸੀਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਸਾ ਮੱਤ ਦੀਜੈ। ਹੇ ਸੱਚੇ ਪਾਤਸ਼ਾਹ, ਸਾਨੂੰ ਉਹ ਮੱਤ ਦਿਓ ਜਿਸ ਮੱਤ ਦੇ ਸਦਕੇ ਤੇਰੇ ਗੁਣ ਗਾਏ ਜਾਂਦੇ ਨੇ, ਜਿਸ ਮੱਤ ਦੇ ਸਦਕੇ ਤੇਰਾ ਜਪ ਕੀਤਾ ਜਾਂਦਾ ਹੈ, ਜਿਸ ਮੱਤ ਦੇ ਸਦਕੇ ਵਿਕਾਰਾਂ ਤੋਂ ਬਚਾਓ ਹੋ ਸਕਦਾ ਹੈ। ਸਾ ਮੱਤ ਦੀਜੈ। ਨਾਲ ਦੀ ਤੁਕ ਚ ਕਹਿੰਦੇ ਹੋਣੇ ਆ ਸਾ ਬੁੱਧ ਦੀਜੈ। ਹੇ ਸੱਚੇ ਪਾਤਸ਼ਾਹ, ਮੈਨੂੰ ਉਹ ਬੁੱਧੀ ਵੀ ਦੇ ਦੇ। ਯਾਦ ਰੱਖਣਾ, ਇਹ ਦੋ ਚੀਜ਼ਾਂ ਇਸ ਤਰ੍ਹਾਂ ਬਦਲਦੀਆਂ ਨੇ। ਮਨੁੱਖ ਦੀ ਮੱਤ ਬਦਲਦੀ ਹੈ, ਮਨੁੱਖ ਦੀ ਬੁੱਧੀ ਬਦਲਦੀ ਹੈ, ਤੇ ਤੀਜਾ ਮਨੁੱਖ ਨਾਂ ਦਾ ਮਨ। ਯਾਦ ਰੱਖਣਾ, ਮਨ ਤੇ ਫਿਰ ਮੁੱਕ ਹੀ ਜਾਂਦਾ ਹੈ। ਇਹਨੂੰ ਮਨ ਤੇ ਮਰਨਾ ਕਹਿੰਦੇ ਨੇ। ਮਨ ਤੇ ਮਰ ਜਾਂਦਾ ਹੈ। ਗੁਰਦੇਵ ਕਿਰਪਾ ਕਰਨ, ਆ ਜੋ ਭੱਟ ਸਾਹਿਬਾਨ ਨੇ ਜ਼ਿਕਰ ਕੀਤਾ ਕਿ ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਜਿਹੜੀ ਜਿਹੜੀ ਮੱਤ ਜੈਦੇਵ ਜੀ ਕੋ ਸੀ, ਜਿਹੜੀ ਮੱਤ ਕਬੀਰ ਜੀ ਕੋਲ ਹੈ, ਜਿਹੜੀ ਮੱਤ ਭਗਤ ਤਲੋਚਨ ਜੀ ਦੇ ਕੋਲ ਹੈ, ਜਿਹੜੀ ਮੱਤ ਰੁਕਮਾਨੰਦ ਇੱਕ ਵੱਡਾ ਰਾਜਾ ਹੋਇਆ ਹੈ, ਉਹ ਮੱਤ ਦਾ ਧਾਰਨੀ ਹੋ ਗਿਆ ਵੀ ਭਾਈ ਸਵੇਰੇ ਉੱਠਣਾ, ਜਪਣਾ ਸ਼ੁਰੂ ਕਰ ਦੇਣਾ, ਜਿਸ ਨੇ ਮਿਲਣਾ ਕਹਿਣਾ ਜਪੋ। ਕਦੇ ਕਦੇ ਤਾਂ ਹੁਕਮ ਕਰਦਾ ਨਾ, ਜਿਵੇਂ ਅੱਜ ਕੱਲ੍ਹ ਅਸੀਂ ਅਪੀਲ ਕਰਦੇ ਹਾਂ, ਆਦੇਸ਼ ਨਹੀਂ ਹੁੰਦਾ ਨਾ। ਆਪਾਂ ਦੇਖੇ ਆਉਣਾ ਗਾਹੇ ਬਗਾਹੇ ਜਦੋਂ ਕਿਤੇ ਕੋਈ ਕੌਮੀ ਚੱਕਰ 'ਤੇ ਵੱਡਾ ਘਟਨਾਕ੍ਰਮ ਵਾਪਰ ਜਾਂਦਾ ਹੈ, ਤੇ ਸਾਨੂੰ ਵੱਡੇ ਥਾਵਾਂ ਤੋਂ, ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਦੇ ਸੁਨੇਹਾ ਆ ਜਾਂਦਾ ਹੈ, ਆਪਾਂ ਕਦੇ ਕਦੇ ਸੁਣਿਆ ਹਜ਼ੂਰ ਸਾਹਿਬ ਤੋਂ ਸੁਨੇਹਾ ਆ ਜਾਂਦੇ ਨੇ ਵੀ ਸਾਰੀ ਸੰਗਤ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ, ਵੀ ਫਲਾਣੇ ਦਿਨ ਇੰਨੇ ਵਜੇ ਜਿੱਥੇ ਜਿੱਥੇ ਕਿਤੇ ਹੈ ਕਿ ਉਹ ਗੁਰੂ ਮੰਤਰ ਦਾ ਜਾਪ ਕਰਿਓ, ਜਿੱਥੇ ਜਿੱਥੇ ਕਿਤੇ ਹੈ ਕਿ ਮੂਲ ਮੰਤਰ ਦਾ ਜਾਪ ਕਰਿਓ। ਸਾਨੂੰ ਇਹੋ ਜਿਹੇ ਸੁਨੇਹੇ ਕਦੇ ਕਦੇ ਗਾਹੇ ਬਗਾਹੇ ਆਉਂਦੇ ਨਾ, ਪਰ ਇੱਥੇ ਨਾਲ ਆਦੇਸ਼ ਨਹੀਂ ਕਰਦੇ, ਅਪੀਲ ਕਰਦੇ ਨੇ ਭਾਈ ਜਪਿਓ। ਪਰ ਕਿਤੇ ਐਸਾ ਵੀ ਹੋ ਸਕਦਾ ਨਾ, ਰਾਜਾ ਆਦੇਸ਼ ਕਰਦੇ ਨਹੀਂ ਤੁਸੀਂ ਜਪਣਾ ਹੀ ਕਰਨਾ ਹੀ ਕਰਨਾ ਹੈ। ਰੁਕਮਾਨ ਦਾ ਰਾਜਾ ਹੈ, ਆਦੇਸ਼ ਕਰ ਦਿੰਦਾ ਸਾਰੇ ਬੈਠ ਕੇ ਜਪੋ, ਸਾਰੇ ਕਾਰ ਵਿਹਾਰ ਰੋਕ ਦਿਓ। ਹਾਂ, ਜੇ ਸਮਝ ਸਕੇ ਕਿਤੇ ਇੰਝ ਹੋ ਸਕੇ। ਆ ਕਦੇ ਕਦੇ ਕਿਤੇ ਕਿਤੇ ਹੁੰਦਾ ਹੈ, ਮਜਬੂਰੀ ਦੇ ਨਾਲ ਤੁਹਾਨੂੰ ਕਰਾਇਆ ਜਾਂਦਾ ਹੈ, ਧੱਕੇ ਦੇ ਨਾਲ ਕਰਾਇਆ ਜਾਂਦਾ ਹੈ, ਚੰਗਾ ਕਿ ਮੰਦਾ ਹੈ, ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ। ਪਰ ਕਦੇ ਕਦੇ ਸਰਕਾਰੀ ਆਦੇਸ਼ ਹੁੰਦਾ ਹੈ, ਇਹ ਤੁਹਾਨੂੰ ਕਰਨਾ ਪਏਗਾ। ਜਿਵੇਂ ਕਿਤੇ ਕਿਤੇ ਕੁਝ ਗੀਤ ਗਾਉਣ ਵਾਸਤੇ ਕਿਹਾ ਜਾਂਦਾ ਹੈ। ਅੱਜ ਵੀ ਝਗੜਾ ਪੈਂਦਾ ਨਾ, ਆ ਗੀਤ ਗਾਓ, ਉਹ ਕਹਿੰਦਾ ਮੈਂ ਨਹੀਂ ਗਾਉਂਦਾ, ਲੋਕ ਲੜ ਪੈਂਦੇ ਨੇ। ਰੁਕਮੰਦ ਕਹਿੰਦੇ ਹੁੰਦੇ ਸੀ, ਆਪਣੇ ਦਿਨ ਦੀ ਕਾਰਵਾਈ ਆਰੰਭ ਕਰਨੀ ਆ, ਤੇ ਕਿਤੇ ਵੀ ਸਰਕਾਰੀ ਪੱਧਰ ਤੇ ਘਰ ਪਰਿਵਾਰ ਦੀ ਹੱਟੀ ਤੇ ਕਿਤੇ ਬੈਠੇ ਹੋ, ਪਹਿਲਾਂ ਰਾਮ ਰਾਮ ਜਪੋਗੇ ਤਾਂ ਕਾਰਵਾਈ ਆਰੰਭ ਹੋਏਗਾ। ਉਹਦਾ ਹੋਰ ਕੋਈ ਆਦੇਸ਼ ਨਹੀਂ ਹੈ, ਪਰ ਇਹਲਾ ਰਾਮ ਰਾਮ ਜਪੋ। ਅਗਰ ਸਰਕਾਰੀ ਮੁਲਾਜ਼ਮ ਹੋ, ਦਰਬਾਰ ਦਫ਼ਤਰ ਚ ਆਇਓ, ਪਹਿਲਾਂ ਰਾਮ ਰਾਮ ਜਪੋ, ਰਾਮ ਰਾਮ ਜਪੋ, ਫਿਰ ਕਾਰਵਾਈ ਆਰੰਭ ਕਰੋ। ਉਹ ਕਰਤੂਤ ਚੰਗੀ ਰਹੀ ਹੈ, ਉਹਦਾ ਜ਼ਿਕਰ ਵੀ ਸਾਨੂੰ ਅੱਜ ਪ੍ਰਾਪਤ ਹੁੰਦਾ ਹੈ। ਕਿਤੇ ਸਾਨੂੰ ਤੇ ਸਾਡੇ ਗੁਰਦੇਵ ਨੇ ਇਹ ਮੱਤ, ਭੱਟ ਸਾਹਿਬਾਨ ਆਪਣੇ ਵੱਲੋਂ ਇਹ ਕਹਿ ਰਹੇ ਨੇ ਕਿ ਹੇ ਸਤਿਗੁਰੂ ਅਮਰਦਾਸ ਮਹਾਰਾਜ, ਜੋ ਇਹਨਾਂ ਪ੍ਰਾਚੀਨ ਬਜ਼ੁਰਗਾਂ ਦੇ ਕੋਲ ਮੱਤ ਸੀ, ਤੇ ਚੇਤਾ ਰੱਖਣਾ ਇਹ ਮੱਤ ਨਿਰਮਲ ਸੀ, ਤੇ ਤੁਸਾਂ ਨੇ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਰਹਿ ਕੇ ਪਹਿਲਾਂ ਉਹ ਮੱਤ ਨਿਰਮਲ ਪ੍ਰਾਪਤ ਕੀਤੀ ਹੈ। ਜੇ ਕਿਤੇ ਅਸੀਂ ਲੈਵਲ ਟੂ ਲੈਵਲ ਸਮਝ ਸਕੀਏ, ਸੰਸਾਰ 'ਚ ਅਸੀਂ ਵਿਚਰਦੇ ਹੁੰਦੇ ਹਾਂ, ਸਾਡੀ ਮੱਤ ਸਮਾਜਿਕ ਪੱਧਰਾਂ ਦੇ ਕਰਕੇ, ਕੁਛ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ, ਕੁਝ ਸਾਡੇ ਉੱਤੇ ਪਏ ਹੋਏ ਪਰਿਵਾਰਕ ਪੂਰਵਾਗ੍ਰਹਿ ਜਿਹਨੂੰ ਹਿੰਦੀ 'ਚ ਕਹਿੰਦੇ ਨੇ, ਸਾਡੇ ਪਰਿਵਾਰ ਦੇ ਦਬਾਅ, ਜਿਹਨੂੰ ਅਸੀਂ ਕਹਿੰਦੇ ਸਾਡੇ ਸੰਸਕਾਰ ਨੇ, ਜਿਹਨੂੰ ਅਸੀਂ ਕਹਿੰਦੇ ਸਾਡੇ ਰਿਵਾਜ ਨੇ, ਜਿਹਨੂੰ ਅਸੀਂ ਕਹਿੰਦੇ ਸਾਡੇ ਘਰ ਪਰਿਵਾਰ ਦੇ ਰੀਤੀਆਂ ਨੇ, ਉਹਨਾਂ ਦੇ ਨਾਲ ਸਾਡੀ ਮੱਤ 'ਤੇ ਕੁਝ ਪ੍ਰਭਾਵ ਹੁੰਦੇ ਨੇ, ਤੇ ਮਿਲਵੇਂ ਜੁਲਵੇਂ ਪ੍ਰਭਾਵ ਦੇ ਨਾਲ ਸਾਡੀ ਮੱਤ ਮੈਲੀ ਹੋ ਜਾਂਦੀ ਹੈ, ਸਾਡੀ ਮੱਤ ਵਿੱਚ ਕਠੋਰਤਾ ਆ ਜਾਂਦੀ ਹੈ, ਸਾਡੀ ਮੱਤ ਵਿੱਚ ਹੰਕਾਰ ਆ ਜਾਂਦਾ ਹੈ, ਸਾਡੀ ਮੱਤ ਵਿੱਚ
ਵਿਕਾਰ ਆ ਜਾਂਦਾ ਹੈ। ਜਦ ਅਸੀਂ ਸੰਗਤ ਵਿੱਚ ਆਉਂਦੇ ਹਾਂ, ਸੰਗਤ ਵਿੱਚ ਆਉਂਦੇ ਤਾਂ ਅਸੀਂ ਵੇਖਦੇ ਹਾਂ ਆਪਣੇ ਤੋਂ ਸ਼੍ਰੇਸ਼ਟ ਵਡੇਰੇ ਗੁਰਮੁਖਾਂ ਨੂੰ ਹੌਲੀ ਹੌਲੀ ਸਾਡੀ ਮੱਤ ਨਿਰਮਲ ਹੋਣ ਲੱਗ ਪੈਂਦੀ ਹੈ, ਜਿਸ ਨੂੰ ਚਿੱਤ ਦਾ ਨਿਰਮਲ ਹੋਣਾ ਕਿਹਾ ਜਾਂਦਾ ਹੈ। ਸਾਨੂੰ ਦੱਸਿਆ ਗਿਆ ਹੈ ਵੀ ਸੰਗਤ ਵਿੱਚ ਆ ਕੇ ਸਿਮਰਨ ਕਰਿਆ ਕਰ। ਸਿਮਰਨ ਕਰਨ ਨਾਲ ਕੀ ਹੁੰਦਾ ਜੀ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਤੇ ਮਨ ਕੀ ਮਲ ਯਾਦ ਰੱਖਣਾ, ਇਹ ਚਾਰ ਚੀਜ਼ਾਂ ਆਪਸ ਵਿੱਚ ਸੰਲਿਪਤ ਨੇ। ਤੇ ਚਾਰ ਵਿੱਚੋਂ ਖਾਸ ਕਰਕੇ ਤਿੰਨ ਚੀਜ਼ਾਂ ਮਤ, ਮਨ ਅਤੇ ਬੁੱਧ, ਇਹ ਸਾਡੇ ਤਿੰਨ ਉਹ ਪੱਖ ਨੇ ਦਾਰਸ਼ਨਿਕ ਮੰਡਲ ਦੇ ਜਿਹੜੇ ਆਪਸ ਵਿੱਚ ਓਤ-ਪੋਤ ਨੇ, ਇੱਕ ਦੂਜੇ ਨਾਲ ਜੁੜੇ ਹੋਏ ਨੇ। ਇੱਕ ਦਾ ਪ੍ਰਭਾਵ ਬਾਕੀ ਦੂਜਿਆਂ 'ਤੇ ਪੈਂਦਾ ਹੈ। ਤੇ ਚੇਤਾ ਰੱਖਣਾ, ਸਾਡੇ ਅੰਦਰ ਜੋ ਸੁਰਤ ਹੈ ਨਾ, ਉਹ ਤੇ ਸੁੱਤੀ ਪਈ ਹੋਈ ਹੈ, ਸ਼ਾਂਤ ਪਈ ਹੋਈ। ਜਿੰਨਾ ਚਿਰ ਇਹ ਤਿੰਨ ਚੀਜ਼ਾਂ ਸਾਡੀ ਮਤ, ਮਨ ਤੇ ਬੁੱਧ ਨਿਰਮਲ ਨਹੀਂ ਹੋ ਜਾਂਦੀਆਂ, ਉਹਨਾਂ ਚਿਰ ਸਾਡੀ ਸੁਰਤ ਜਾਗਦੀ ਨਹੀਂ ਹੈ। ਸੁਰਤ ਨੂੰ ਹੀ ਕਈ ਵਾਰ ਲੋਕ ਜ਼ਮੀਰ ਦੇ ਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਨੇ। ਆ ਯੋਗੀਆਂ ਤੇ ਹੋਰ ਮੰਡਲਾਂ ਦੇ ਵਿੱਚ ਕਿਤੇ ਕਿਤੇ ਸ਼ਬਦ ਹੈ ਕੁੰਡਲਨੀ, ਆ ਕਿਤੇ ਕਿਤੇ ਸ਼ਬਦ ਪੜ੍ਹਦੇ ਨੇ ਕੁੰਡਲਨੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਰ ਸ਼ਬਦ ਆਏ ਕੁੰਡਲਨੀ, ਸੁਲਝਦੀ ਹੈ। ਤੇ ਸਾਨੂੰ ਦੱਸਿਆ ਗਿਆ ਹੈ ਸੰਗਤ ਵਿੱਚ ਆ ਕੇ ਤੇਰੀ ਸੁਰਤ ਜਾਗ ਪੈਂਦੀ ਹੈ। ਸੰਗਤ ਵਿੱਚ ਆ ਕੇ ਆਪਣੀ ਸੁਰਤ ਨੂੰ ਜਗਾਉਣਾ ਚਾਹੀਦਾ ਹੈ। ਸੰਗਤ ਵਿੱਚ ਆ ਕੇ ਕੀ ਹੈ? ਜਾਗੋ ਜਾਗੋ ਸੁਤਿਓ ਚਲਿਆ ਬਣਜਾਰਾ, ਜਾਗ ਲਿਹੋ ਰੇ ਮਨਾ, ਜਾਗ ਲਿਹੋ। ਸੰਬੋਧਨ ਮਨ ਦੇ ਰਾਹੀਂ ਕੀਤਾ ਗਿਆ, ਜਗਾਉਣਾ ਤੇ ਸੁਰਤ ਨੂੰ ਹੈ। ਤੇ ਜਦੋਂ ਸੁਰਤ ਜਾਗਦੀ ਹੈ ਤੇ ਫਿਰ ਸੁਰਤ ਉੱਚੀ ਉੱਠਦੀ ਹੈ। ਪਰ ਸੁਰਤ ਉੱਚੀ ਉਦੋਂ ਉੱਠਦੀ ਹੈ ਜਦੋਂ ਮਨ, ਮਤ ਅਤੇ ਬੁੱਧ ਨਿਰਮਲ ਹੁੰਦੀਆਂ ਨੇ। ਇਸੇ ਕਰਕੇ ਰੋਜ਼ਾਨਾ ਜਿਤਨੀ ਵਾਰ ਅਰਦਾਸ ਕੀਤੀ ਜਾਂਦੀ ਹੈ, ਸਾਡੇ ਵਡਕਿਆਂ ਨੇ ਅਰਦਾਸ ਦੇ ਵਿੱਚ ਛੋਟਾ ਜਿਹਾ ਪੈਰਾਗ੍ਰਾਫ ਜੋੜ ਕੇ ਦਿੱਤਾ ਹੈ। ਆ ਹੁਣ ਵੀ ਅਰਦਾਸ ਸੁਣੀ ਆ, ਗੌਰ ਨਾਲ ਸੁਣਨਾ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਸਾਡੇ ਵਡੇਰਿਆਂ ਨੇ ਇਹ ਦੋ ਸ਼ਬਦ ਵਰਤੇ ਨੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਜਦੋਂ ਨਿਰਮਲਤਾ ਦੇ ਨਾਲ ਮਨ ਨੀਵਾਂ ਹੋਣ ਲੱਗ ਪੈਂਦਾ ਹੈ, ਨਿਰਮਲਤਾ ਦੇ ਨਾਲ ਫਿਰ ਮਤ ਉੱਚੀ ਉੱਠਣ ਲੱਗ ਪੈਂਦੀ ਹੈ। ਐਸੇ ਕੁਦਰਤੀ ਪੱਖ ਨੇ ਕਿ ਜਿਉਂ-ਜਿਉਂ ਸਿਮਰਨ ਦੇ ਸਦਕੇ, ਸਤਸੰਗਤ ਦੇ ਸਦਕੇ ਅੰਦਰ ਦੀ ਚਿੱਤ ਦੀ ਮੈਲ ਧੁਲੇਗੀ, ਨਿਰਮਲਤਾ ਪ੍ਰਾਪਤ ਹੋਏਗੀ, ਮਨ ਨਿਵਾਣ ਵੱਲ ਆਏਗਾ, ਮਨ ਪਿਆਰ ਚਾਜੇਗਾ, ਮਨ ਹੰਕਾਰ ਛੱਡ ਦੇਵੇਗਾ, ਮਨ ਹੰਬਲ ਹੋ ਜਾਵੇਗਾ, ਮਨ ਪ੍ਰੇਮ ਅਧੀਰ ਹੋ ਜਾਏਗਾ। ਮਤ ਵਿਕਾਰਾਂ ਦੇ ਲੈਵਲ ਤੋਂ ਉੱਚੀ ਉੱਠਣ ਲੱਗ ਪਏਗੀ। ਹੌਲੀ ਹੌਲੀ ਇੰਨੀ ਉੱਚੀ ਉੱਠ ਜਾਏਗੀ ਕਿ ਵਿਕਾਰਾਂ ਦੀ ਸ਼ੋਭ ਵੀ ਉੱਥੇ ਨਹੀਂ ਪਹੁੰਚ ਪਾਏਗੀ। ਇਸ ਨੂੰ ਕਹਿੰਦੇ ਨੇ ਮਨ ਨੀਵਾਂ, ਮਤ ਉੱਚੀ। ਤੇ ਜਦੋਂ ਮਤ ਇੱਕ ਵਾਰ ਉੱਚੀ ਉੱਠਣ ਲੱਗ ਪੈਂਦੀ ਹੈ, ਜੇ ਕਿਸੇ ਕਾਰਨ ਉਸ ਮਤ ਤੇ ਕੋਈ ਦਬਾਅ, ਕੋਈ ਮਤ ਤੇ ਪ੍ਰਭਾਵ ਪੈਂਦਾ ਹੈ, ਤੇ ਫਿਰ ਆਖਾ ਅਕਾਲ ਪੁਰਖ ਹੋ ਜਾਂਦਾ ਹੈ। ਅਸੀਂ ਸਾਖੀਆਂ ਚੋਂ ਇੱਕ ਦਰਸ਼ਨ ਪੜ੍ਹਿਆ ਹੈ ਭਾਈ ਜੋਗਾ ਸਿੰਘ ਸਾਹਿਬ ਜੀ ਦਾ। ਬੜੇ ਪਿਆਰੇ ਸੇਵਕ ਨੇ, ਪਿਆਰੇ ਸੇਵਕ ਹੋ ਕੇ ਆਪਣੇ ਘਰ ਦੇ ਪਰਿਵਾਰਾਂ ਮੰਡਲਾਂ ਦੇ ਵਿੱਚ ਰਹਿੰਦੇ ਆ, ਆਪਣੇ ਵਿਆਹ ਦੇ ਮੰਡਲਾਂ ਚੋਂ ਗੁਰੂ ਕੇ ਆਦੇਸ਼ ਨੂੰ ਮੰਨਦੇ ਤੁਰ ਪਏ ਨੇ। ਰਸਤੇ ਵਿੱਚ ਆਉਂਦੇ ਆਉਂਦੇ ਆਲੇ ਦੁਆਲੇ ਦੇ ਕੁਝ ਸੰਸਕਾਰਾਂ ਕਰਕੇ, ਕੁਝ ਆਪਣੇ ਮਨ ਦੇ ਜੋ ਦਬਾਅ ਸਨ, ਹੰਕਾਰ ਦਾ ਪ੍ਰਭਾਵ ਸ਼ੁਰੂ ਹੋ ਗਿਆ, ਮੈਲ ਸ਼ੁਰੂ ਹੋ ਗਈ। ਹੰਕਾਰ ਦੇ ਦਬਾਅ ਦੇ ਨਾਲ ਮਨ ਵਿੱਚ ਮੈਲ ਆਈ। ਤੇ ਸੁਭਾਵਕ ਕਿ ਜਿੱਥੇ ਮੈਲ ਹੁੰਦੀ ਹੈ, ਜਿਵੇਂ ਅਸੀਂ ਬਾਹਰੋਂ ਦੇਖਦੇ ਹਾਂ ਨਾ, ਕਿ ਇੱਥੇ ਮੈਲ ਹੋਵੇ ਇੱਥੇ ਬਦਬੂ ਹੁੰਦੀ ਹੈ, ਮਨ ਵਿੱਚ ਜਿੱਥੇ ਮੈਲ ਹੋਵੇ ਉੱਥੇ ਵਿਕਾਰ ਹੁੰਦਾ ਹੈ। ਇਹ ਸਮਝ ਲੈਣਾ ਕਿ ਜੇ ਸਾਡੇ ਮਨ ਵਿੱਚ ਅਜੇ ਵਿਕਾਰ ਉੱਠਦੇ ਨੇ, ਕਾਮ, ਕ੍ਰੋਧ, ਲੋਭ, ਹੰਗ, ਜਿਹੜੇ ਮੁੱਖ ਵਿਕਾਰ ਉੱਠਦੇ ਨੇ, ਇਹਦਾ ਮਤਲਬ ਤੁਹਾਡਾ ਮਨ ਅਜੇ ਮੈਲ ਹੈ, ਤੁਹਾਡੇ ਚਿੱਤ ਵਿੱਚ ਅਜੇ ਮੈਲ ਬਾਕੀ ਹੈ। ਜੇ ਵਿਕਾਰ ਉੱਠਦਾ ਹੈ ਤੇ ਹੁਣ ਪਹੁੰਚ ਗਏ ਨੇ, ਅਨੰਦਪੁਰ ਦੇ ਨਜ਼ਦੀਕ ਵੀ ਆਉਂਦੇ ਜਾਂਦੇ ਨੇ, ਪਰ ਮੈਲ ਨੇ ਵਿਕਾਰ ਨੂੰ ਜਨਮ ਦਿੱਤਾ ਹੈ। ਪਰ ਚੂੰਕਿ ਇਹ ਗੁਰੂ ਕੇ ਹੋ ਚੁੱਕੇ ਸਨ, ਇਸ ਮਤ ਦਾ ਰਾਖਾ ਆਪ ਗੁਰੂ ਹੋ ਕੇ। ਅਸੀਂ ਸਾਖੀਆਂ 'ਚ ਕਈ ਵਾਰ ਸੁਣਿਆ ਨਾ ਕਿ ਗੁਰਦੇਵ ਪਾਤਸ਼ਾਹ ਨੇ ਫਿਰ ਉਹਦੀ ਰਸਤੇ ਦੀ ਪਹਿਰੇਦਾਰੀ ਕੀਤੀ, ਰਾਗੀ ਤੇ ਢਾਡੀ ਉਸ ਨੂੰ ਬੜੇ ਸੁੰਦਰ ਤਰੀਕੇ ਦੇ ਨਾਲ, ਖਾਸ ਕਰ ਢਾਡੀ ਪ੍ਰਸੰਗ ਕਵੀਸ਼ਰ ਸੁਣਾਉਂਦੇ ਨੇ ਕਿ ਮਹਾਰਾਜ ਨੇ ਉਹਨੂੰ ਪਹਿਰੇਦਾਰੀ ਕਰਕੇ ਬਚਾਇਆ। ਅਗਲੇਰੇ ਦਿਨ ਆਨੰਦਪੁਰ ਸਾਹਿਬ ਪਹੁੰਚੇ ਤੇ ਮਹਾਰਾਜ ਨੂੰ ਨਜ਼ਰਾਂ ਨਹੀਂ ਮਿਲਾ ਪਾਉਂਦੇ।
महाराज दी नज़रां लसाइयां लगदियां ने। ते जे किसे पुछे महाराज की गल अज नज़रां च कुछ अलस है, तो कहण लगे जोगा सिंह नूं पुछ लो। याद रखना, जदों भी किसी की पत बची, जदों भी किसी की इज्जत बची, गुरु ने बचाई। असीं समझदे हां मत जदों प्राप्त होंदी निर्मलता नूं, मत जदों निर्मलता दे सदे उच्ची उठदी है तो गुरु राखा हुंदा है। अज यही गल कहंदे ने, ये निर्मल मत सी, ते निर्मल मत हे अमरदास गुरुदेव तुसां ने प्राप्त की। ते ज्यों ज्यों मत निर्मल हुंदी है ना, जिस ते फिर सन्मुख हुंदी है, फिर उहदा पूर्ण अक्स उहदे च पैण लग पैंदा है। सारा अज तक का सेवा सिमरन का जो अभ्यासक मंडल है, वो इसे करके अंदरले नूं शुद्ध करदा है। दर्शन विच किया जाता है, साडे अंदरले नूं एक शीशे के राही, शीशे की तशबीह के राही दिखाया जाता है। पावन बाणी च पढ़िया होना, यह मन आरसी, ये मन शीशा है। तो शीशा भाई निर्मल होवे, साफ शुद्ध होवे तो की करता है, ये सामने वाले नूं अपने विच उतार लैंदा है। असीं फिलासफी च तक पढ़िया है कि एक निर्मल शीशा आसमान के सूरज नूं धरती ते उतार लैंदा है। आ वेखिया होना ना, चमकदा होया सूरज होवे, तुसीं सामने छोटा जिहा टुकड़ा शीशे दा रख दिओ ते दूरों देखो किंज लगेगा आसमान का सूरज ही धरती ते उतर के आ गया। क्योंकि शीशे विच ताकत है, वो जिसते सन्मुख हो जाता है, जिसते सामने हो जाता है, उसनूं अपने विच उतार लैंदा है। उहदी अक्स उहदे चों नज़र आउंदी है। तो चेता रखना, ये मत न जदों पूरी तरह निर्मल हो जाता है, यदि मत की बुद्धि की अहंकार की मैल पूरी तरह निर्मल हो जाती है। तो जदों निर्मल होया मन जिस दे सन्मुख हो जाता है, वो भी पूरी तरह ये उतर जाता है। पहला निर्मलता प्राप्त होंदी है, तो फिर वह अक्स मिलता है। जिहदी गल असीं कहीए, बाबा अमरदास महाराज जी ने 12 साल लंबी मेहनत करके अपने मन नूं पूर्ण तरह निर्मल कर लिया। तो जो पूरी तरह मन निर्मल हो गया, तो फिर उस मन दे विच कौन उतर गया? फिर गुरु नानक जो अंगद रूप बैठे सन, उस हिरदे विच उतर गए। गुरु नानक लैणा जी दे हिरदे विच उतर गए ने, उस मन करके, उस निर्मल मत करके। गुरु अंगद रूप होके अमरदास के हिरदे च उतर गए ने पूरी तरह दे नाल। जदों असीं वेखिया मन निर्मल हो गया, शायद इसे करके एक रहस्य है। जिस दिन ये अंदरला पूरी तरह निर्मल हो जाता है, तो निर्मल होया गुरु के सन्मुख हो जाता है, उस दिन गुरु जोत परिवर्तित होकर इधर आ जाती है। निशानी उहदी ये है कि उस दिन तो बाद विच जदों वो अपने साइन करते हैं, तो साइन नानक होण लग पैंदे ने। कदे देखना, अमरदास महाराज जी ने 62 साल की उम्र तक व्यापार किया। मेरियां धार्मिक यात्रावां भी कीतियां ते व्यापार भी किया, पर अमरदास महाराज जी दियां कदे कोई चिट्ठियां, कदे कोई किताबां पढ़ियां अज तक कि उन्होंने 62 सालों के विच इन्होंने कुछ लिखिया है। साडे कोई खत भी नहीं गा, 2 वर्कियां की एक चिट्ठी भी नहीं गई कि 62 सालों के विच अमरदास महाराज ने कुछ लिखिया होएगा। अगले 12 सालों के विच भी कुछ नहीं लिखिया। अगले 12 सालों के विच भी कोई ऐसा कोई सुनेहा लिखित रूप सानू नहीं मिलता। पर जदों 12 साल बाद मन पूरी तरह निर्मल हो गया, पूरी तरह शुद्ध हो गया, जदों गुरु नानक उहदे विच उतर गए ने, तो फिर पढ़ दो महले तीजे के बचन पढ़ के देखना। फिर साइन भी नानक दे ने, ते जितने सब तो वध श्लोक महले तीजे के गुरु ग्रंथ साहिब दर्ज अज भी ने। लगभग सारियां वारां, आसा की वार अते सत्ते की बलवंड की वार अते बसंत की वार नूं जे छड्ड दईए ते बाकी वारां च श्लोक जे गिणीए ते बहुतात विच श्लोक तीसरे पातशाह साहब जी ते मिलणगे। श्लोक वारां ते वधेक विच बहुतात विच श्लोक महले तीसरे दे मिलणगे। पर उम्र कितनी उदों? लगभग 74-75 साल की उम्र विच। 74-75 साल की उम्र विच लिखना आरंभ किया है। इन्ना ज़्यादा लिखिया है, पर 75 साल तक कुछ भी नहीं लिखिया। कि लिखना नहीं सी जानते, नहीं लिखते सन, पर 75 साल की उम्र दे विच
ਮਨ ਨਿਰਮਲ ਹੋ ਗਿਆ ਹੈ। ਇੰਨਾ ਸ਼ੁੱਧ ਨਿਰਮਲ ਕੀ ਨਾਨਕ ਜੀ ਉਤਰ ਗਏ ਨੇ। ਹੁਣ ਨਾਨਕ ਬੋਲਦੇ ਨੇ, ਹੁਣ ਨਾਨਕ ਲਿਖਦੇ ਨੇ, ਜਿਸ ਨੂੰ ਭੱਟ ਬਲ ਸਾਹਿਬਾਨ ਆਪਣੇ ਢੰਗ ਨਾਲ ਕਹਿਣ ਦਾ ਯਤਨ ਕਰਦੇ ਨੇ, ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਤੁਹਾਡੇ ਦਰਬਾਰ 'ਚ ਅੱਜ ਆਏ ਹਾਂ, ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਹੜੀ ਨਿਰਮਲ ਮਤ ਜੈਦੇਵ ਕੋ ਸੀ ਉਹ ਤੁਹਾਨੂੰ ਮਿਲੀ, ਜੋ ਨਿਰਮਲ ਮਤ ਕਬੀਰ ਸਾਹਿਬ ਕੋ ਸੀ ਤੁਹਾਨੂੰ ਮਿਲੀ, ਨਾਮਦੇਵ ਨੂੰ ਮਿਲੀ ਤੁਹਾਨੂੰ ਮਿਲੀ, ਤਲੋਚਨ ਜੀ ਕੋ ਨਿਰਮਲ ਮਤ ਸੀ ਤੁਹਾਨੂੰ ਪ੍ਰਾਪਤ ਹੋਈ। ਰੁਕਮਾਗੰਧ ਕਰਤੂਤ ਰਾਮ ਜਪੋ ਨਿਤ ਪਹਾਈ, ਜੋ ਰੁਕਮਾਂਗ ਦਾ ਹੁਕਮ ਸੀ ਕਿ ਰਾਮ ਜਪਿਆ ਕਰੋ, ਨਿਰਮਲ ਮਤ ਵਾਲਾ ਤੁਸੀਂ ਵੀ ਕਹਿੰਦੇ ਭਾਈ ਸਾਰੇ ਸਿਮਰਨ ਕਰਿਆ ਕਰੋ। ਅਮਰੀਕ ਪ੍ਰਹਲਾਦ ਸ਼ਰਨ ਗੋਬਿੰਦ ਗਤ ਪਾਈ, ਰਾਜਾ ਅਮਰੀਕ ਨੇ ਵੀ ਗੋਬਿੰਦ ਦੀ ਸ਼ਰਨ ਪ੍ਰਾਪਤ ਕੀਤੀ। ਤੇ ਚੇਤਾ ਰੱਖਣਾ, ਜਦੋਂ ਕਿਸੇ ਨਿਰਮਲ ਮਤ ਪ੍ਰਾਪਤ ਹੁੰਦੀ ਤਾਂ ਤੇ ਸ਼ਰਨ 'ਚ ਜਾਂਦਾ ਹੈ। ਜਦੋਂ ਮਤ ਵਿੱਚ ਅਹੰਕਾਰ ਆ ਜਾਂਦਾ ਹੈ ਤੇ ਉਹ ਇਸ ਦਰ ਨੂੰ ਛੱਡ ਕੇ ਚਲਾ ਜਾਂਦਾ ਹੈ। ਇਤਿਹਾਸ ਵਿੱਚ ਐਸੇ ਨਾਮ ਨੇ, ਸਾਡੇ ਕੋਲ ਬਹੁਤ ਸਾਰੇ ਨਾਮ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਆਏ, ਅਦਬ ਮਾਣ ਪਿਆਰ ਸਨਮਾਨ ਪ੍ਰਾਪਤ ਕੀਤਾ। ਕੁਝ ਸਮੇਂ ਬਾਅਦ ਮਤ ਵਿੱਚ ਮਹਿਲ ਆ ਗਈ, ਇਸ ਦਰ ਤੋਂ ਮੁੱਖ ਮੁੜ ਕੇ ਚਲੇ ਗਏ। ਇੱਕ ਵੱਡਾ ਨਾਮ ਭਾਵੇਂ ਥੋੜ੍ਹੇ ਸਮੇਂ ਲਈ ਪੜ੍ਹਦੇ ਹਾਂ, ਭਾਈ ਮੂਲਾ ਜੀ, ਜਿਸ ਨੇ ਮਰਨਾ ਸੱਚ ਤੇ ਜਿਉਣਾ ਝੂਠ ਲਿਖ ਕੇ ਦਿੱਤਾ ਹੈ। ਸਮਾਂ ਆਇਆ, ਮਤ ਵਿੱਚ ਮਹਿਲ ਆ ਗਈ ਹੈ, ਗੁਰੂ ਨਾਨਕ ਬੁਲਾਉਂਦੇ ਪਏ ਨੇ ਤੇ ਘਰ ਤੋਂ ਬਾਹਰ ਨਹੀਂ ਨਿਕਲਦੇ। ਗੁਰੂ ਨਾਨਕ ਬੁਲਾਉਂਦੇ ਪਏ, ਹੁਣ ਤੇ ਕੋਈ ਜਾਏ ਨਾ ਦਾ ਮਤਲਬ ਕੀ ਹੈ? ਮਤ ਵਿੱਚ ਕੋਈ ਮਹਿਲ ਆ ਗਈ ਹੈ, ਮਤ ਵਿੱਚ ਕੋਈ ਐਸਾ ਪ੍ਰਭਾਵ ਪੈ ਗਿਆ ਕਿ ਦੁਨੀਆ ਤੋਂ ਮਿਟ ਗਿਆ। ਭਾਈ ਆਨੰਦ ਚੰਦ ਦਾ ਦਸ਼ਮੇਸ਼ ਪਾਤਸ਼ਾਹ ਦੇ ਜੀਵਨ ਸਾਖੀ ਇਤਿਹਾਸ ਪੜ੍ਹਦੇ, ਬਹੁਤ ਸਾਰੇ ਐਸੇ ਮੰਡਲ ਨੇ। ਸਤਿਗੁਰੂ ਛੇਵੇਂ ਪਾਤਸ਼ਾਹ ਦਾ ਪਾਲਿਆ ਹੋਇਆ ਪੈਂਡੇ ਖਾਨ, ਮਤ ਵਿੱਚ ਅਹੰਕਾਰ ਆ ਗਿਆ, ਮਤ ਵਿੱਚ ਲੋਭ ਆ ਗਿਆ ਤੇ ਗੁਰੂ ਸਾਹਿਬ ਦੇ ਸਨਮੁਖ ਹੀ ਹਥਿਆਰ ਚੁੱਕ ਕੇ ਖੜਾ ਹੋ ਕੇ। ਰਾਜੇ ਅਮਰੀਕ ਨੂੰ ਨਿਰਮਲ ਮਤ ਪ੍ਰਾਪਤ ਹੋਈ ਹੈ, ਸ਼ਰਨ ਵਿੱਚ ਆ ਗਿਆ। ਪ੍ਰਹਲਾਦ ਬਚਪਨ ਵਿੱਚ ਨੇ, ਨਿਰਮਲ ਮਤ ਪ੍ਰਾਪਤ ਹੋ ਗਈ ਹੈ, ਪ੍ਰਭੂ ਦੀ ਗੋਬਿੰਦ ਦੀ ਸ਼ਰਨ ਵਿੱਚ ਆ ਗਏ ਨੇ। ਕੋਈ ਜਾਪ ਤਪ ਨਹੀਂ ਕੀਤੇ ਪਰ ਪ੍ਰਭੂ ਨੇ ਲਾਜ ਰੱਖ ਲਈ। ਅੱਜ ਕਹਿਣ ਲੱਗੇ ਅਮਰੀਕ ਪ੍ਰਹਲਾਦ ਸ਼ਰਨ ਗੋਬਿੰਦ ਗਤ ਪਾਈ। ਉੱਥੇ ਫਿਰ ਤੁਸਾਂ ਕੀ ਕੀਤਾ? ਜਦੋਂ ਤੁਹਾਨੂੰ ਨਿਰਮਲ ਮਤ ਪ੍ਰਾਪਤ ਹੋਈ, ਗੁਰੂ ਗੱਦੀ ਤੇ ਬੈਠਣ ਤੋਂ ਪਹਿਲਾਂ ਜੋ 12 ਸਾਲ ਤੁਸਾਂ ਇਸ ਦੌਰ ਗੁਜ਼ਾਰਿਆ, ਉਸ ਦੇ ਵਿੱਚ ਤੁਸਾਂ ਨੇ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ। ਤੁਸਾਂ ਲੋਭ ਤਿਆਗਤਾ, ਕ੍ਰੋਧ ਤਿਆਗਤਾ, ਤ੍ਰਿਸ਼ਨਾ ਤਿਆਗਤੀ, ਤ੍ਰਿਸ਼ਨਾ ਤਜੀ। ਫਿਰ ਕੀ ਕੀਤਾ? ਸੁਮਤ ਨੂੰ ਜਾਣ ਲਿਆ ਤੁਸਾਂ ਨੇ, ਸੁਮਤ ਨੂੰ ਪ੍ਰਾਪਤ ਕਰ ਲਿਆ। ਬਲ ਤੇ ਪਟ ਜਲ ਖਿਮਾ ਕਰਨਾ, ਜਲ ਜਾਣੀ ਜੁਗਤ ਪਟ ਜਲ ਸਾਹਿਬਾਨ ਕਹਿੰਦੇ, ਹੇ ਗੁਰੂ ਅਮਰਦਾਸ, ਤੁਸਾਂ ਉਹ ਜੁਗਤ ਨੂੰ ਜਾਣ ਲਿਆ ਜਿਸ ਜੁਗਤ ਦੇ ਸਦਕੇ ਗੁਰੂ ਨਾਲ ਸੰਬੰਧ ਸਥਾਪਿਤ ਹੁੰਦਾ ਹੈ, ਜਿਸ ਜੁਗਤ ਦੇ ਸਦਕੇ ਗੁਰੂ ਮਿਲਦਾ ਹੈ। ਤੇ ਚੇਤਾ ਰੱਖਣਾ, ਉਹ ਜੁਗਤ ਜੇ ਮਨ ਕੀ ਮਤ ਤਿਆਗੋ ਹਰ ਜਨ, ਗੁਰ ਕੀ ਮਤ ਤੋਂ ਲੈ ਆਨੇ। ਆ ਹੁਣੇ ਭਾਈ ਸਾਹਿਬ ਕਹਿੰਦੇ, ਸਤਿਗੁਰ ਕੀ ਜਿਸ ਨੂੰ ਮਤ ਆਵੇ। ਜੁਗਤ ਹੈ, ਆਪਣੀ ਮਤ ਤਿਆਗ ਕੇ ਗੁਰਮਤ ਦਾ ਗ੍ਰਹਿਣ ਕਰ ਲੈ। ਕਹਿਣ ਲੱਗੇ ਤੁਸਾਂ ਨੂੰ ਉਹ ਮਤ ਜੁਗਤ ਮਿਲ ਗਈ, ਤੇ ਉਹ ਜੁਗਤ ਮਿਲਣ ਤੋਂ ਬਾਅਦ ਕੀ ਹੋਇਆ? ਗੁਰੂ ਅਮਰਦਾਸ ਨਿਜ ਭਗਤ ਹੈ। ਤੇ ਜਦੋਂ ਮਤ ਪੂਰਨ ਪ੍ਰਾਪਤ ਹੋ ਗਈ ਤੇ ਪਤਾ ਲੱਗਾ ਇਹ ਹੁਣ ਅਮਰਦਾਸ ਗੁਰੂ ਅਮਰਦਾਸ ਬਣ ਗਏ ਨੇ। ਤੇ ਗੁਰੂ ਅਮਰਦਾਸ ਕੀ ਨੇ? ਨਿਜ ਭਗਤ ਹੈ। ਕਰਤਾ ਪੁਰਖ ਦੇ ਆਪਣੇ ਨਿਜ ਪਿਆਰੇ ਨੇ, ਨਿਜ ਭਗਤ ਨੇ। ਭਗਤ ਰੱਬ ਦੇ ਪਿਆਰੇ ਹੁੰਦੇ ਨੇ, ਨਿਜ ਭਗਤ ਹੈ। ਤੇ ਕਹਿਣ ਲੱਗੇ ਹੁਣ ਇਹਨਾਂ ਤੋਂ ਕੀ ਮਿਲਦਾ? ਦੇਖ ਦਰਸ਼ ਪਾਵੋ ਮੁਕਤ। ਹੇ ਸੱਚੇ ਪਾਤਸ਼ਾਹ, ਮੈਂ ਵੀ ਤੁਹਾਡੇ ਦਰਸ਼ਨ ਨਾਲ ਸਦਕੇ ਮੁਕਤੀ ਪ੍ਰਾਪਤ ਕਰਨੀ ਲੋਚਦਾ, ਕਿਉਂਕਿ ਅਸੀਂ ਵੀ ਤੇ ਦਰਸ਼ਨਾਂ ਚੋਂ ਇਹੀ ਤੇ ਕਹਿੰਦੇ ਹਾਂ, ਸੱਚੇ ਪਾਤਸ਼ਾਹ ਤੇਰੇ ਦਰਸ਼ਨ ਦੇ ਸਦਕੇ ਸਾਡੇ ਜਨਮ ਤੇ ਮਰਨ ਦੇ ਦੁੱਖ ਕੱਟੇ ਜਾਂਦੇ ਨੇ। ਗੁਰਦੇਵ ਕਿਰਪਾ ਕਰਨ, ਸਤਿਗੁਰ ਦੇ ਦਰਸ਼ਨ ਪ੍ਰਾਪਤ ਕਰਦੇ ਹਾਂ, ਸਤਿਗੁਰ ਕੀ ਮਤ ਪ੍ਰਾਪਤ ਹੋ ਜਾਏ ਤੇ ਸਾਡਾ ਵੀ ਜਨਮ ਤੇ ਮਰਨ ਦਾ ਦੁੱਖ ਮਿਟ ਜਾਏ, ਸਾਡੇ ਪਏ ਹੋਏ ਅਹੰਕਾਰ ਆਦਿਕ ਦੇ ਰੋਗ ਮਿਟ ਜਾਣ ਤੇ ਅਸੀਂ ਇਹ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਸਕੀਏ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਸਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨਪਤ ਪਾਵੈ। ਜਿਵੇਂ ਸਰਵਰ ਚੋਂ ਹੰਸਾਂ ਨੇ ਪ੍ਰਾਨਪਤ ਪ੍ਰਾਪਤ ਕਰ ਲਿਆ, ਇਹ ਸਤ ਸੰਗਤ ਰੂਪੀ ਸਰੋਵਰ ਚੋਂ ਸਾਨੂੰ ਗੁਰੂ ਰੂਪੀ ਪ੍ਰਾਨਪਤੀ ਪ੍ਰਾਪਤ ਹੋ ਸਕਣ, ਐਸੀ ਬਖਸ਼ਿਸ਼ ਸਾਡੇ ਤੇ ਹੋ ਜਾਏ।
ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਬਖਸ਼ਿਸ਼ ਕਰਨਾ। ਸਾਰਿਆਂ ਦਾ ਧੰਨਵਾਦ ਜੋ ਮਾਣ ਸਨਮਾਨ ਤੇ ਪਿਆਰ ਦਿੰਦੇ ਹੋ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।